ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜੈਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਜੋ ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਪ੍ਰਾਪਤ ਹੋਈਆਂ ਹਨ। ਗੁਰੂ ਸਾਹਿਬ ਜੀ ਦੇ ਦਰ ਘਰ ਦੀ ਹਾਜ਼ਰੀ ਭਰਦਿਆਂ ਮਾਈ ਭਾਈ ਗੁਰੂ ਪਾਤਸ਼ਾਹ ਦਾ ਜੋ ਸ਼ਾਮ ਦੇ ਸਮੇਂ ਦੀ ਗੁਰੂ ਘਰ ਦੀ ਮਰਜ਼ਾਦਾ ਇਤਿਹਾਸ ਕਥਾ ਸਰਵਣ ਕਰਦੇ ਹੋ। ਬਹੁਤ ਹੀ ਸਤਿਕਾਰਯੋਗ ਮਹਾਨ ਵਿਦਵਾਨ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ ਦੁਆਰਾ ਰਚਿਤ ਤਵਾਰੀਖ ਗੁਰੂ ਖਾਲਸਾ ਗ੍ਰੰਥ ਦੀ ਜੋ ਕਥਾ ਕੱਲ ਆਪਾਂ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਪ੍ਰਸੰਗ ਅਨੰਦਪੁਰ ਸਾਹਿਬ ਦੇ ਜੋ ਗੋਪਾਲ ਸੇਠ ਤੇ ਫਿਰ ਕਿਵੇਂ ਭਾਈ ਧਿਆਨ ਸਿੰਘ ਇਤਿਆਦਿ ਗੁਰਸਿੱਖਾਂ ਨੂੰ ਜੋ ਕੁਰੈਤਾਂ ਦਾ ਉਪਦੇਸ਼ ਦਿੱਤਾ ਹੈ। ਤੋ ਮਹਾਰਾਜ ਇਸ ਤਰ੍ਹਾਂ ਉਪਦੇਸ਼ ਦੇ ਰਹੇ ਸਨ। ਉਸੇ ਸਮੇਂ ਇੱਕ ਹੋਰ ਸਿੱਖ ਨੇ ਅਰਜ਼ ਕੀਤੀ। ਕਹਿੰਦਾ ਮਹਾਰਾਜ ਜਿਹੜੇ ਲੋਕ ਕੱਤਕ ਮੱਘਰ ਮਾਘ ਸਵੇਰੇ ਉੱਠ ਕੇ ਨਹਾਉਂਦੇ ਹਨ ਇਸ਼ਨਾਨ ਕਰਦੇ ਹੈ ਇਹਦਾ ਫਲ ਕੀ ਹੁੰਦਾ ਹੈ। ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਗੁਰਸਿੱਖੋ ਜੋ ਕੁਛ ਇਹਨਾਂ ਮਹੀਨਿਆਂ ਦੇ ਇਸ਼ਨਾਨ ਦਾ ਫਲ ਪੁਰਾਣਾਂ ਦੇ ਵਿੱਚ ਲਿਖਿਆ ਹੋਇਆ ਇਹਦੇ ਨਾਲੋਂ ਵੀ 10 ਗੁਣਾ ਬਹੁਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਵਿੱਚ ਸਿੱਖਾਂ ਨੂੰ ਜੋ ਨਿੱਤ ਹਮੇਸ਼ਾ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਉਹਦੇ ਨਾਲ ਪ੍ਰਾਪਤ ਹੋ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ਼ਨਾਨ ਨਾਮ ਦਾਨ ਇਹ ਤ੍ਰੈ ਕਰਮ ਸਿੱਖਾਂ ਵਾਸਤੇ ਜ਼ਰੂਰੀ ਹੁਕਮ ਦਿੱਤਾ ਹੋਇਆ ਹੈ। ਕੱਤਕ ਤੇ ਮਾਘ ਇਤਿਆਦਿਕ ਦੇ ਵਿੱਚ ਜੋ ਤੀਰਥਾਂ ਦੇ ਇਸ਼ਨਾਨ ਭਜਨ ਪਾਠ ਭਗਤੀ ਤੋਂ ਬਿਨਾਂ ਕਰਦੇ ਨੇ ਉਹ ਜਾਣੋ ਇਉਂ ਹੈ ਜਿਵੇਂ ਕੋਈ ਵੀ ਭਜਨ ਪਾਠ ਭਗਤੀ ਕੀਤੀ ਨਹੀਂ ਕੌੜੀ ਤੂਮੀ ਧੋਣ ਵਾਂਗੂ ਹੋ ਜਾਂਦਾ ਹੈ। ਜਪ ਤਪ ਦਾਨ ਪੁੰਨ ਵਿਦਿਆ ਤੀਰਥ ਵਰਤ ਕਰਨੇ ਇਹ ਬਿਨਾਂ ਪ੍ਰੇਮ ਦੇ ਕੁਛ ਫਲ ਨਹੀਂ ਦਿੰਦੇ। ਮਹਾਰਾਜ ਕਹਿੰਦੇ ਸ਼ਤਰੰਜ ਦੀ ਖੇਡ ਵਾਂਗੂ ਖੇਡ ਹੀ ਹੈ। ਜਿਨ੍ਹਾਂ ਸਿੱਖਾਂ ਨੇ ਭਾਈ ਹੁਣ ਸੱਚੀ ਘਾਲਣਾ ਘਾਲੀ ਹੈ ਉਹ ਨਿਸ਼ਕਾਮ ਤਾਂ ਹੁਣੇ ਹੀ ਜਿਹੜੇ ਆ ਸੱਚਖੰਡ ਦੇ ਵਾਸੀ ਬਣਨਗੇ। ਜਿਹੜੇ ਭਾਈ ਕਾਮਨਾ ਵਾਲੇ ਹੋਣਗੇ ਉਹ ਅੱਗੇ ਰਾਜ ਸਾਜ ਸੁਖ ਭੋਗਣਗੇ। ਤੁਰਕ ਡੋਗਰੇ ਗਿਲਜੇ ਪਹਾੜੀ ਰਾਜਪੂਤ ਰਾਜੇ
ਸਭ ਖਾਲਸੇ ਦੀ ਤਾਬੇਦਾਰੀ ਕਰਕੇ ਦਿਨ ਗੁਜ਼ਾਰਨਗੇ। ਮਹਾਰਾਜ ਕਹਿੰਦੇ 3000 ਕੋਹ ਵਿੱਚ ਖਾਲਸੇ ਦਾ ਰਾਜ ਹੋਵੇਗਾ, ਪਰ ਖਾਲਸਾ ਆਪਸ ਵਿੱਚ ਦੀ ਬੇਇਤਫਾਕੀ ਦੇ ਕਾਰਨ ਬਹੁਤਾ ਚਿਰ ਰਾਜ ਨਹੀਂ ਭੋਗ ਸਕੇਗਾ। ਇੱਕ ਦਿਨ ਗੁਰੂ ਸਾਹਿਬ ਜੀ ਦੇ ਕੋਲੇ ਸ਼ਾਹਜਹਾਨ ਦੇ ਤਖਤ ਤੌਸ ਦਾ ਪ੍ਰਸੰਗ ਚੱਲਿਆ, ਜਿਹਦੇ ਉੱਤੇ ਉਸ ਸਮੇਂ 9 ਕਰੋੜ ਰੁਪਈਆ ਖਰਚ ਹੋਇਆ ਸੀ। ਤਾਂ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਗੁਰੂ ਕੇ ਸਿੱਖ ਉਦੋਂ ਚੰਗਾ ਬਣਾ ਸਕਦੇ ਆ। ਜਦੋਂ ਅਨੇਕਾਂ ਨੇ ਆਖਿਆ ਮਹਾਰਾਜ ਸੋਨੇ ਦਾ ਬੰਗਲਾ ਬਣਵਾਓ, ਨਾਲੇ ਸੰਗਤ ਪਰਖੀ ਜਾਊ, ਨਾਲੇ ਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਸੰਗਤ ਦੀ ਪ੍ਰੀਖਿਆ ਦੇ ਵਾਸਤੇ ਇਹ ਹੁਕਮਨਾਮੇ ਲਿਖਵਾ ਕੇ ਦੇਸ਼ਾਂ ਦੇਸ਼ਾਂਤਰਾਂ ਵਿੱਚ ਭੇਜੇ ਕਿ ਭਾਈ ਸਭ ਗੁਰੂ ਕੇ ਸਿੱਖ ਯਥਾਯੋਗ ਸੋਨਾ ਭੇਜੋ, ਅਸੀਂ ਬੰਗਲਾ ਬਣਵਾਉਣਾ ਹੈ। ਇਸ ਹੁਕਮ ਨੂੰ ਸੁਣਦਿਆਂ ਸਾਰ ਸਾਰੇ ਦੇਸ਼ਾਂ ਤੋਂ ਇਉਂ ਸੋਨਾ ਆਉਣ ਲੱਗਿਆ ਤੇ ਬੰਗਲਾ ਬਣਨ ਲੱਗਿਆ। ਇੱਕ ਦਿਨ ਜਗਨਨਾਥ ਉਹਦੇ ਦਰਸ਼ਨ ਕਰਨ ਵਾਸਤੇ ਤਿਆਰ ਹੋ ਕੇ ਕੋਈ ਗੁਰੂ ਮਹਾਰਾਜ ਜੀ ਤੋਂ ਆਗਿਆ ਮੰਗਣ ਲਈ ਇੱਕ ਸਿੱਖ ਆਇਆ, ਤੇ ਮਹਾਰਾਜ ਜੀ ਨੇ ਜਗਨਨਾਥ ਦੇ ਨਾਮ ਵੀ ਇੱਕ ਹੁਕਮਨਾਮਾ ਲਿਖਾ ਕੇ ਉਹ ਸਿੱਖ ਦੇ ਹੱਥ ਦੇ ਕੇ ਕਿਹਾ ਵੀ ਇਉਂ ਕਰੀ 100 ਤੋਲਾ ਸੋਨਾ ਤੁਸੀਂ ਜਗਨਨਾਥ ਦਾ ਲੈ ਕੇ ਅੰਨ ਜਲ ਕਰਨਾ ਹੈ। ਤੇ ਜਦੋਂ ਉਹ ਸਿੱਖ ਨੇ ਜਗਨਨਾਥਪੁਰੀ ਦੇ ਪੰਡਿਆਂ ਨੂੰ ਗੁਰੂ ਕਾ ਹੁਕਮਨਾਮਾ ਮੰਦਰ ਵਿੱਚ ਜਾ ਕੇ ਸੁਣਾਇਆ, ਉਹ ਹੱਕੇ ਬੱਕੇ ਰਹਿ ਗਏ, ਕਹਿਣ ਲੱਗੇ ਵੀ ਅਸੀਂ ਤਾਂ ਜਾਣਦੇ ਨਹੀਂ ਉਹ ਗੁਰੂ ਕੌਣ ਹੈ। ਸਿੱਖ ਜਵਾਬ ਲੈ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੌਲੀ ਤੇ ਜਾ ਬੈਠਾ ਜਗਨਨਾਥਪੁਰੀ, ਤੇ ਅੰਨ ਜਲ ਕੁਛ ਨਾ ਕੀਤਾ, ਕਿਉਂਕਿ ਮਹਾਰਾਜ ਨੇ ਕਿਹਾ ਸੀ 100 ਤੋਲੇ ਜਿਹੜਾ ਹੈ ਸੋਨਾ ਲੈ ਕੇ ਫੇਰ ਅੰਜਲ ਕਰੀ। ਰਾਤ ਨੂੰ ਜਗਨਨਾਥ ਨੇ ਫਿਰ ਉੱਥੋਂ ਦੇ ਰਾਜੇ ਨੂੰ ਜਗਾਇਆ, ਹੁਕਮ ਦਿੱਤਾ, ਇਹ ਰਾਜਿਆ ਉਹਨੂੰ ਆਵਾਜ਼ ਆਈ ਜਿਹੜਾ ਸਿੱਖ ਗੁਰੂ ਜੀ ਦਾ ਹੁਕਮਨਾਮਾ ਲਿਆਇਆ ਨਾ ਉਹਨੂੰ ਸੱਦ ਕੇ 100 ਤੋਲਾ ਸੋਨਾ ਦਿਨ ਚੜ੍ਹਦੇ ਨੂੰ ਦੇ ਦਿਓ, ਕਿਉਂਕਿ ਸਤਿਗੁਰੂ ਅਵਤਾਰ ਦੇ ਅਸੀਂ ਸਭ ਦੇਵੀ ਦੇਵਤੇ ਤਾਬੇਦਾਰ ਹਾਂ, ਉਹਨਾਂ ਨੂੰ ਸੋਨਾ ਬੰਗਲੇ ਲਈ ਚਾਹੀਦਾ ਹੈ। ਰਾਜੇ ਨੇ ਚਰਜ ਹੋ ਕੇ ਜਦੋਂ ਤਲਾਸ਼ੀ ਕਰਾਈ ਤੇ ਹੁਕਮਨਾਮਾ ਸਹੀ ਪਾਇਆ। ਉਹ ਸਿੱਖ ਨੂੰ ਸੱਦ ਕੇ 100 ਤੋਲਾ ਸੋਨਾ ਦੇਤਾ, ਤੇ ਉਹਨੇ ਗੁਰੂ ਸਾਹਿਬ ਕੋਲੇ ਆ ਕੇ ਸਾਰੀ ਕਥਾ ਸੁਣਾਈ। ਤਾਂ ਸਿੱਖਾਂ ਨੂੰ ਹੋਰ ਭਰੋਸਾ ਬੱਝਿਆ ਕਿ ਗੁਰੂ ਸਾਹਿਬ ਜੀ ਠੀਕ ਈਸ਼ਵਰ ਅਵਤਾਰ ਸਰਵ ਸ਼ਕਤੀਮਾਨ ਨੇ। ਉਸੇ ਸਮੇਂ ਗੁਜਰਾਤ ਸ਼ਹਿਰ ਦਾ ਨਿਵਾਸੀ ਪੀਰ ਦੌਲੇ ਸ਼ਾਹ, ਇਹਦੇ ਚੇਲੇ ਨੇ ਵੀ ਬਹੁਤ ਸਾਰਾ ਸੋਨਾ ਗੁਰੂ ਪਾਤਸ਼ਾਹ ਮਹਾਰਾਜ ਕੋਲੇ ਭੇਜ ਕੇ ਅਰਜ਼ ਕੀਤੀ ਵੀ, ਤੇ ਨਾਲ ਹੀ ਦੌਲੇ ਸ਼ਾਹ ਨੇ ਬੇਨਤੀ ਭੇਜੀ ਵੀ ਮਹਾਰਾਜ ਕੰਮਕਾਰ ਟਹਿਲ ਫਰਮਾਉਂਦੇ ਰਿਹਾ ਕਰੋ। ਇਸੇ ਤਰ੍ਹਾਂ ਬਹੁਤ ਲੋਕਾਂ ਨੇ ਸੋਨਾ ਭੇਜਿਆ, ਬੰਗਲਾ ਤਿਆਰ ਹੋ ਗਿਆ, ਤੇ ਉਹਦੇ ਵਿੱਚ ਫਿਰ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ ਉਸ ਸਮੇਂ ਜਿੰਨਾ ਲਿਖਿਆ, ਕਿਉਂਕਿ ਕਈ ਸਰੂਪ ਜਿਹੜੇ ਆ ਉਸ ਸਮੇਂ ਹੱਥ ਲਿਖਤ ਮਿਲਦੇ ਨੇ, ਮਹਾਰਾਜ ਨੇ ਉੱਥੇ ਪ੍ਰਕਾਸ਼ ਕਰਾਤਾ। ਤੇ ਇਸੇ ਸਾਲ ਵਿੱਚ ਹੀ ਇੱਕ ਦਿਨ ਗੁਰੂ ਸਾਹਿਬ ਨੇ ਸਾਰੇ ਬਸਤਰ ਸ਼ਸਤਰ ਰੁਪਈਏ ਬਰਤਨ ਘੋੜਿਆਂ ਹਾਥੀਆਂ ਦੇ ਜਿਹੜੇ ਸਾਜ਼ ਹੈ ਉਹ ਤੋਸ਼ੇਖਾਨੇ ਵਿੱਚੋਂ ਕਢਵਾ ਕੇ ਵੇਖੇ। ਜਿੰਨੇ ਕਾਰ ਚੋਬੀ ਜਰੀ ਦੋਜ ਕਮਖਾਬ ਆਦਿਕ ਦੇ ਜਿਹੜੇ ਬਸਤਰ, ਉਹਨਾਂ ਸਾਰਿਆਂ ਨੂੰ ਅਤਰ ਨਾਲ ਤਰ ਤਰ ਕੇ ਚੰਗੀ ਤਰ੍ਹਾਂ ਫਿਰ ਚੰਡੀ ਦੀ ਭੇਟਾ ਕਰਤਾ ਅਗਨੀ ਦੀ। ਫਿਰ ਉਹਨਾਂ ਦਾ ਸੇਮ ਕਰਕੇ ਹੋਰ ਬਹੁਤ ਸਾਰੀ ਜਿਹੜੀ ਧਨ ਦੌਲਤ ਸਮੇਤ ਜੋ ਕੁਛ ਸੀ ਉਹ ਮਹਾਰਾਜ ਨੇ ਸਤਲੁਜ ਦੇ ਵਿੱਚ ਗਿਰਵਾਇਆ। ਦੂਜੇ ਦਿਨ ਨਗਦੀ ਜਵਾਹਰਾਤ ਸ਼ਾਸਤਰ ਵੀ ਸਟਾਉਣ ਲੱਗ ਪਏ। ਹੁਣ ਕੋਈ ਤੇ ਗੁਰੂ ਸਾਹਿਬ ਨੂੰ ਇਉਂ ਨਸੇ, ਕਈ ਜਿਹੜੇ ਮੰਦ ਬੁੱਧ ਮਸੰਦ ਸੀ ਉਹ ਕਹਿੰਦੇ ਤਾਂ ਇਉਂ ਲੱਗਦਾ ਕੋਈ ਕਮਲ ਹੋ ਗਿਆ ਲੱਗਦਾ ਹੈ, ਕੋਈ ਮਹਾਰਾਜ ਨੂੰ ਬੇਪਰਵਾਹ ਆਖਦਾ ਹੈ, ਪਰ ਗੁਰੂ ਸਾਹਿਬ ਦੀ ਗਤ ਨੂੰ ਸਤਿਗੁਰੂ ਹੀ ਜਾਣਦੇ ਆ। ਮਹਾਰਾਜ ਨੂੰ ਕਈਆਂ ਰੋਕਿਆ ਵੀ ਮਹਾਰਾਜ ਇਹ ਨਾ ਕਰੋ, ਮਹਾਰਾਜ ਕਿਸੇ ਦੇ ਹਟਾਏ ਨਹੀਂ ਹਟੇ। ਇੱਕ ਸਿੱਖ ਨੇ ਗੁਰੂ ਸਾਹਿਬ ਦੀ ਕਮਾਨ ਦਾ ਚਿੱਲਾ ਬਹੁਤ ਸੋਹਣਾ ਨਵੀਨ ਸੁੰਦਰ ਦੇਖ ਕੇ ਉਹ ਰੱਖ ਲਿਆ। ਜਦੋਂ ਉਹਨੂੰ ਗੁਰੂ ਸਾਹਿਬ ਨੇ ਪੁੱਛਿਆ, ਉਹਨੇ ਬੇਨਤੀ ਕੀਤੀ ਮਹਾਰਾਜ
ਵੀ ਇੱਥੇ ਜੰਗ ਰੋਜ਼ ਕਰਨਾ ਪੈਂਦਾ, ਮੇਰੀ ਕਮਾਨ ਦਾ ਚਿੱਲਾ ਬੋਧਾ ਹੈ। ਇਹ ਨਵੀਨ ਚਿੱਲਾ ਸੀ, ਮੈਂ ਸੋਚਿਆ ਇਹ ਚੜਾ ਲੂੰਗਾ। ਹੁਕਮ ਹੋਇਆ ਭਾਈ ਇਹ ਪੂਜਾ ਦੇ ਧਾਨ ਦਾ ਬਣਿਆ ਹੋਇਆ ਹੈ। ਪੂਜਾ ਦੀ ਚੀਜ਼ ਸਿੱਖਾਂ ਨੂੰ ਇਉਂ ਹੈ ਜਿਵੇਂ ਸੋਨੇ ਨੂੰ ਸੁਹਾਗਾ। ਅਗਲੇ ਜਿਹੜੇ ਪਦਾਰਥਾਂ ਤੇ ਗੁਣਾਂ ਨੂੰ ਵੀ ਇਹ ਯਾਦ ਰੱਖ ਗਾਲ ਸੁੱਟਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ 35ਵੀਂ ਵਾਰ ਦੀ 12ਵੀਂ ਪੌੜੀ ਵਿੱਚ ਐਸੇ ਬਚਨ ਕਰਦੇ ਹੈ, ਜਿਉਂ ਮਰਜ਼ਾਦਾ ਹਿੰਦੂਆਂ ਗਊ ਮਾਸ ਅਖਾਜ। ਭਾਈ ਸਾਹਿਬ ਕਹਿੰਦੇ ਜਿਵੇਂ ਹਿੰਦੂਆਂ ਨੂੰ ਗਊ ਦਾ ਮਾਸ ਜਿਹੜਾ ਹੈ ਉਹ ਅਖਾਜ ਹੈ, ਭਾਵ ਖਾਣਾ ਯੋਗ ਨਹੀਂ। ਮੁਸਲਮਾਨਾਂ ਸੂਰਿਓਂ ਸੌਗੰਧ ਵਿਆਜ। ਮੁਸਲਮਾਨ ਨੂੰ ਸੂਰ ਦਾ ਮਾਸ ਤੇ ਸਹੁੰ ਵਿਆਜ ਖਾਣਾ ਮਾੜਾ ਹੈ। ਸਹੁਰਾ ਘਰ ਜਵਾਈ ਹੈ ਪਾਣੀ ਮੁਦਰਾਜ। ਸਹੁਰੇ ਘਰ ਵਿੱਚ ਕਹਿੰਦੇ ਜਿਹੜਾ ਜਵਾਈ ਹੈ ਉਹਨੂੰ ਪਾਣੀ ਵੀ ਇਸ ਤਰ੍ਹਾਂ ਸੋਚੇ ਵੀ ਜਿਹੜਾ ਹੈ ਮੁਦਰਾਜ, ਮੁਦ ਨਾਮ ਮਦ ਸ਼ਰਾਬ ਦਾ ਹੈ। ਇਹ ਬਚਨ ਭਾਈ ਸਾਹਿਬ ਨੇ ਕਹੇ ਵੀ ਲਾਲਚ ਨਹੀਂ ਹੋਣਾ ਚਾਹੀਦਾ। ਸਹੁਰੇ ਘਰ ਜਾ ਕੇ ਕੋਈ ਕਹੇ ਜੀ ਮੇਰੇ ਤੇ ਇੰਨਾ ਖਰਚਾ ਕਰੋ, ਗਾਹਾਂ ਵਾਲਾ ਉਹਨਾਂ ਹੋਵੇ ਨਾ। ਸਹਾ ਨਾ ਖਾਈ ਚੂਹੜਾ ਮਾਇਆ ਮੁਹਤਾਜ। ਜਿਉਂ ਮਿੱਠੇ ਮੱਖੀ ਮਰੈ ਤਿਸ ਹੋਏ ਅਕਾਜ। ਤਿਉਂ ਧਰਮਸਾਲ ਦੀ ਝਾਕ ਹੈ ਵਿਆਹੋ ਖੰਡੂ ਪਾਜ। ਇਹ ਬਚਨ ਭਾਈ ਗੁਰਦਾਸ ਜੀ ਦੇ ਸੁਣਾ ਕੇ ਸਾਰੇ ਸਿੱਖਾਂ ਨੂੰ ਕਹਿਤਾ ਭਾਈ ਜੋ ਕੋਈ ਸਿੱਖ ਪੂਜਾ ਦਾ ਧਾਨ ਖਾਏ ਵਰਤੇਗਾ ਉਹਦਾ ਜਪ ਤਪ ਜਿਹੜਾ ਹੈ ਉਹ ਸਭ ਨਸ਼ਟ ਹੋ ਜਾਵੇਗਾ। ਤੋ ਇਹਦਾ ਭਾਵ ਸਮਝਣਾ ਹੈ, ਪੂਜਾ ਭਾਵ ਕੇ ਗੁਰੂ ਮਹਾਰਾਜ ਦੇ ਨਿਮਿਤ ਸੰਗਤ ਦੀ ਗੁਰੂ ਘਰ ਆਈ ਹੋਈ ਵਸਤੂ ਅਗਰ ਉਸ ਨੂੰ ਕੋਈ ਵਿਅਕਤੀ ਜਿਹੜਾ ਹੈ ਉਹ ਆਪਣੇ ਨਿਜ ਲਈ ਵਰਤਦਾ, ਇਹਨੂੰ ਕਿਹਾ ਜਾਂਦਾ ਪੂਜਾ ਧਾਨ, ਜੋ ਆਪਾਂ ਗੁਰੂ ਮਹਾਰਾਜ ਨੂੰ ਨਮਸਕਾਰ ਕਰਦੇ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਉਪਦੇਸ਼ ਦਿੱਤਾ। ਫਿਰ ਸਤਲੁਜ ਦੇ ਵਿੱਚ ਦੌਲਤ ਸੁੱਟਣ ਦੀ ਖਬਰ ਸੁਣ ਕੇ ਰਾਜੇ ਕਹਿਲੂਰੀਏ ਨੇ ਰਾਤ ਨੂੰ ਬਹੁਤ ਸਾਰੇ ਆਦਮੀ ਉਸ ਦੌਲਤ ਨੂੰ ਕੱਢਣ ਵਾਸਤੇ ਭੇਜੇ। ਉਹਨਾਂ ਨੇ ਰਾਤ ਭਰ ਟੱਕਰਾਂ ਮਾਰੀਆਂ ਪਰ ਕੁਛ ਲੱਭਿਆ ਨਹੀਂ। ਫਿਰ ਸ਼ਰਮਿੰਦੇ ਹੋ ਕੇ ਚਲੇ ਗਏ। ਖਬਰ ਹੋਈ ਜਦੋਂ ਮਹਾਰਾਜ ਨੂੰ ਤਾਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇਹ ਕੱਚੇ ਪਹਾੜੀਏ, ਇਹਨਾਂ ਨੂੰ ਕੀ ਲੱਭਣਾ ਹੈ। ਇਹ ਦੌਲਤ ਤਾਂ ਅਸੀਂ ਸਤਲੁਜ ਦੇ ਕੋਲੇ ਅਮਾਨਤ ਰੱਖੀ ਹੈ। ਜਦੋਂ ਖਾਲਸੇ ਦਾ ਰਾਜ ਸਾਰੇ ਭਾਰਤ ਵਰਸ਼ ਵਿੱਚ ਹੋਵੇਗਾ ਤਦ ਇਹ ਅਮਾਨਤ ਸਾਡੇ ਸਿੰਘ ਇੱਥੋਂ ਲੈਣਗੇ। ਉਸ ਸਮੇਂ ਇੱਕ ਫਕੀਰ ਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਆਇਆ ਤੇ ਫੁੱਲਾਂ ਦਾ ਬੁੱਕ ਭਰ ਕੇ ਸਤਿਗੁਰਾਂ ਅੱਗੇ ਚੜਾਇਆ। ਗੁਰੂ ਸਾਹਿਬ ਕਹਿਣ ਲੱਗੇ ਸਾਈਂ ਜੀ ਤੁਸੀਂ ਇਹ ਖੇਚਲ ਕਿਉਂ ਕੀਤੀ, ਤੁਹਾਡਾ ਤਾਂ ਦਰਸ਼ਨ ਹੀ ਪ੍ਰਸਾਦ ਹੈ। ਉਹ ਕਹਿਣ ਲੱਗਿਆ ਹੱਥ ਖਾਲੀ ਕੰਮ ਨਾ ਹੈ। ਗੁਰੂ ਮਹਾਰਾਜ ਕਹਿਣ ਲੱਗੇ ਸਾਈਂ ਲੋਕਾ ਦਿਲ ਖਾਲੀ ਰੂਹ ਸ਼ਾਹ, ਹੱਥ ਖਾਲੀ ਬਾਦਸ਼ਾਹ। ਤੂੰ ਜਾਣਦਾ ਹੈ ਕਿ ਬਾਦਸ਼ਾਹਾਂ ਦੇ ਹੱਥ ਸਦਾ ਹੀ ਖਾਲੀ ਰਹਿੰਦੇ ਆ, ਪਰ ਹੁਕਮ ਉਹਨਾਂ ਦਾ ਜਿਹੜਾ ਉਹਦੇ ਨਾਲ ਲੱਖਾਂ ਰੁਪਈਏ ਬਖਸ਼ ਦਿੰਦੇ। ਹੁਣ ਬਾਦਸ਼ਾਹ ਹੱਥਾਂ ਵਿੱਚ ਤਾਂ ਪਾਇਆ ਨਹੀਂ ਨਾ ਫੜਦਾ, ਪਈ ਖਜ਼ਾਨੇ 'ਚ ਹੈ, ਹੁਕਮ ਨਾਲ ਹੀ ਕਿਸੇ ਨੂੰ ਬਖਸ਼ ਦਿੰਦਾ। ਹੁਣ ਤੂੰ ਦੱਸ ਕਿਸ ਵਾਸਤੇ ਆਇਆ। ਉਹ ਕਹਿਣ ਲੱਗਿਆ ਮਹਾਰਾਜ ਵੀ ਮੈਨੂੰ ਤੁਹਾਡਾ ਦੀਦਾਰ, ਖੁਦਾ ਪਾਕ ਦਾ ਦਰਸ਼ਨ ਤੇ ਮੱਕੇ ਦਾ ਹੱਜ ਹੈ। ਇੱਕ ਬਿਰਧ ਪੁਰਖ ਪ੍ਰਤਾਪੀ ਨੇ ਮੈਨੂੰ ਮੱਕੇ ਤੋਂ ਆਉਂਦੇ ਹੋਏ ਵੇਖਿਆ ਤਾਂ ਆਖਿਆ ਸੀ ਤੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਮੇਰੇ ਵੱਲੋਂ ਇਹ ਸੁਨੇਹਾ ਦੇਣਾ ਕਿ ਆਪ ਦਾ ਪਦਾਰਥ 9 ਕਰੋੜ 95 ਲੱਖ ਮੇਰੀ ਇਸਤਰੀ ਪਾਸ ਅਮਾਨਤ ਹੈ ਤੇ 10 ਕਰੋੜ 7 ਲੱਖ ਦੂਜੀ ਪਾਸ ਹੈ, ਜਦੋਂ ਚਾਹੋ ਤਦੋਂ ਲੈ ਲੈਣਾ। ਇਹ ਗੱਲ ਸੁਣ ਕੇ ਭਾਈ ਆਲਮ ਸਿੰਘ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਇਹ ਗੱਲ ਦਾ ਫਿਰ ਸਾਨੂੰ ਪਤਾ ਨਹੀਂ ਲੱਗਿਆ, ਉਹ ਬਿਰਧ ਪੁਰਖ ਕੌਣ ਸੀ, ਕਿਰਪਾ ਕਰੋ ਸਾਡਾ ਸੰਸਾ ਦੂਰ ਕਰੋ। ਮਹਾਰਾਜ ਕਹਿਣ ਲੱਗੇ ਭਾਈ ਸਿੱਖੋ ਇਹ ਭੇਦ ਖੋਲਣਾ ਤਾਂ ਨਹੀਂ ਸੀ, ਪਰ ਹੁਣ ਤੁਸੀਂ ਇੰਨਾ ਹੀ ਸਮਝ ਲਓ ਕਿ ਉਹ ਪੁਰਖ ਸਮੁੰਦਰ ਸੀ, ਗੋਦਾਵਰੀ ਗੰਗਾ ਸਤਲੁਜ ਉਹਦੀਆਂ ਇਸਤਰੀਆਂ, ਇਹਨਾਂ ਦੇ ਕੋਲੇ ਸਾਡੀ ਅਮਾਨਤ ਹੈ। ਆਲਮ ਸਿੰਘ ਜੀ ਨੇ ਬੇਨਤੀ ਕੀਤੀ ਮਹਾਰਾਜ ਕਲਯੁਗ ਦੇ ਵਿੱਚ ਉਹ ਕਿਹੜੀ ਬੁਰੀ ਚੀਜ਼ ਹੈ ਜਿਸ ਕਰਕੇ ਕਲਯੁਗ ਦੀ ਬੁਰਾਈ ਵਰਣਨ ਕੀਤੀ ਜਾਂਦੀ ਹੈ।
ਗੁਰੂ ਸਾਹਿਬ ਕਹਿਣ ਲੱਗੇ ਵੀ ਭਾਈ ਆਲਮ ਸਿੰਘ ਹੋਰ ਸਿੰਘਾਂ ਨੂੰ ਮਹਾਰਾਜ ਕਹਿੰਦੇ ਸਭ ਤੋਂ ਖੋਟੀ ਅਪਵਿੱਤਰ ਵਸਤੂ ਕਲਯੁਗ ਦੇ ਵਿੱਚ ਇਹ ਜੀਵਾਂ ਦੀ ਬੁੱਧੀ ਨੂੰ ਭ੍ਰਿਸ਼ਟ ਕਰਨ ਵਾਲੀ ਤਮਾਕੂ ਹੈ। ਭਾਵੇਂ ਇਸ ਜਗਤ ਜੂਠ ਦੀ ਨਿਸ਼ੇਧੀ ਭਵਿੱਖਤ ਪੁਰਾਣ ਸੁਗੰਧਾਤਿਕ ਪੁਰਾਣਾਂ ਵਿੱਚ ਵੀ ਰਿਸ਼ੀ ਵਿਆਸ ਜੀ ਨੇ ਇੱਥੋਂ ਤਾਈਂ ਕੀਤੀ ਹੈ ਕਿ ਤਮਾਕੂ ਸੁੰਘਣ ਚੱਬਣ ਘੁੱਟਣ ਵਾਲੇ ਬ੍ਰਾਹਮਣਾਂ ਨੂੰ ਜੇ ਕੋਈ ਦਾਨ ਦਿੰਦਾ ਹੈ ਉਹ ਦਾਤਾ ਵੀ ਨਰਕਗਾਮੀ ਹੁੰਦਾ ਹੈ ਤੇ ਬ੍ਰਾਹਮਣ ਵਸਤੀ ਦਾ ਸੂਰ ਬਣਦਾ ਹੈ। ਫਿਰ ਇੱਥੇ ਹੀ ਜਥਾ ਜਿਹੜੇ ਆ ਬਚਨ ਧੂਮਰਪਾਨ ਰਤੇ ਵਿਪਰ ਜੇ ਦਾਨੰ ਦਾ ਦਾਚਿਤ ਸ ਦਾਤਾ ਨਰਕ ਜਾਤੀ ਬ੍ਰਾਹਮਣ ਗ੍ਰਾਮ ਸ਼ੁਕਰ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਬਣਦਾ ਹੈ। ਤੋ ਇਉਂ ਗਿਆਨੀ ਗਿਆਨ ਸਿੰਘ ਜੀ ਨੇ ਸਕੰਦ ਪੁਰਾਣ ਦੇ ਵਿੱਚੋਂ ਦੱਸਿਆ, ਕਹਿੰਦੇ ਭਾਈ ਇਹਦੀ ਬਾਬਤ ਬਿਆਸ ਜੀ ਨੇ ਸਕੰਦ ਪੁਰਾਣ ਮਥੁਰਾ ਖੰਡ ਦੇ 52ਵੇਂ ਅਧਿਆਏ ਵਿੱਚ ਕਥਨ ਕੀਤਾ ਹੈ। ਉਹ ਇਸ ਤਰ੍ਹਾਂ ਹੈ ਕਿ ਜਿਵੇਂ ਮੂਲ ਸ਼ਲੋਕ ਕੀ ਹੈ, ਸ਼ੂਦਰਾ ਨੇਨ ਭਗਤੇਨ ਬ੍ਰਾਹਮਣੇ ਮਿਰਯਤੇ ਯਦ ਤੇਨੇ ਵਹਿ ਦਸਰਤੇ ਨਸਪਰੈ ਜਾਤੇ ਨਰ। ਭਾਵ ਕੀ ਹੈ ਕਿ ਬ੍ਰਹਮਾ ਜੀ ਨਾਰਦ ਪ੍ਰਤੀ ਸੁਣਾਉਂਦੇ ਹਨ ਕਿ ਹੇ ਨਾਰਦ ਮੁਨ, ਜੇ ਕੋਈ ਬ੍ਰਾਹਮਣ ਸ਼ੂਦਰ ਦਾ ਭੋਜਨ ਖਾ ਕਰਕੇ ਮ੍ਰਿਤੂ ਹੋ ਜਾਵੇ, ਇਹੋ ਸਕੰਦ ਪੁਰਾਣ ਦੇ ਵਿੱਚ ਉਹਦਾ ਇੱਕ ਹਿੱਸਾ ਹੈ ਮਥੁਰਾ ਖੰਡ ਕਿਹਾ, ਉਹਦੇ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਐਸੀਆਂ। ਹੁਣ ਉਹ ਸੁਣਾ ਰਹੇ ਹੈ ਵੀ ਅਗਰ ਉਹ ਮ੍ਰਿਤੂ ਹੋ ਜੇ ਸ਼ੂਦਰ ਘਰ ਖਾਣਾ ਤਾਂ ਸ਼ੂਦਰ ਦੇ ਘਰ ਦਾ ਅੰਨ ਖਾਇਆ ਹੁਆ ਤਿਸ ਦੇ ਪੇਟ ਵਿਖੇ ਰਹਿ ਜਾਵੇ ਤਾਂ ਉਹ ਬ੍ਰਾਹਮਣ ਨਿਸ਼ਚੇ ਕਰਕੇ ਪ੍ਰੇਤ ਦੀ ਪਦਵੀ ਪਾਵੇਗਾ। ਫਿਰ ਅੱਗੇ ਲਿਖਿਆ ਹੈ ਧੂਮਰਪਾਨੇ ਨਭੋ ਪ੍ਰੇਤ ਪ੍ਰੈਤ ਤੰਚੈਵ ਜਾਇਤੇ ਕਲੋਤ ਕਤ ਰੂਪੰ ਕਲੋਤ ਕਲ ਰੂਪੰ ਹਿਤ ਮਾਲ ਮੇ ਜਾਤੇ। ਲਿਖਿਆ ਕਿ ਜਿਹੜਾ ਧੂਮਰ ਹੈ ਜੋ ਇਹ ਤਮਾਲ ਕੋ ਪਾਨ ਕਰਨੇ ਵਾਲਾ ਧੂਮਰ, ਜੋ ਜਿਹੜਾ ਪੁਰਸ਼ ਧੂਮਰ ਤਮਾਲ ਦਾ ਪਾਨ ਕਰਨ ਵਾਲਾ, ਇਹ ਲਿਖਿਆ ਕਿ ਸਕੰਦ ਪੁਰਾਣ ਵਿੱਚ ਉਹ ਨਿਸ਼ਚੇ ਕਰਕੇ ਪ੍ਰੇਤ ਦੀ ਜੂਨ ਪਵੇਗਾ। ਇਹਦੇ ਵਿੱਚ ਜਿਹੜਾ ਇਹ ਸਕੰਦ ਪੁਰਾਣ ਦਾ ਮਥੁਰਾ ਖੰਡ ਇਹਦੇ ਵਿੱਚ ਬਿਆਸ ਮੁਨੀ ਦਾ ਲਿਖਿਆ ਹੋਇਆ ਤੇ ਉਹ ਲਿਖਦੇ ਨੇ ਕਿ ਬ੍ਰਹਮੇ ਨੇ ਨਾਰਦ ਨੂੰ ਇਹ ਉਪਦੇਸ਼ ਦਿੱਤਾ ਸੀ। ਲਿਖਦਾ ਹੈ हे ਨਾਰਦ, इसमें शंका ना जान, ऐसे ही कलयुग जो है कल है भाव पापां दा युग है, तिसके विखे पापां का रूप भया है। तमाल दो भाव है तमाकू कुरीतियां दा मूल है। ये जानो कि ये धर्म को नाश करने वाला और पापां को प्रकाश करने वाला नरकां के भरने ਲਈ पैदा होवेगा तमाल। फिर अगे लिखिया है धूमर प्राणाय मात्रैन सर्वदानिक क्रिया बृथैव जाते प्रेत यथा कंजर शौचवत। ਇਹਦਾ ਭਾਵ ਲਿਖਿਆ ਗਿਆਨੀ ਜੀ ਨੇ, ਕਹਿੰਦੇ ਧੂਮਰपान भाव भ्रष्टाचार के पीने से सर्व ही धर्म का नाश हो जाता है। ऐसे धर्म का और पुण्यों का नाश होता है। जैसे हाथी का स्नान हस्ती का स्नान किया हुआ निष्फल है, तैसे ही भ्रष्टता भाव तमाल के साथ प्रीति करने वाले सारे ही शुभ कर्म जिहड़े है वो बेअर्थ हो जाते हैं। फिर अगले पंक्तियां ने सकंद पुराण दियां, घोरे कलयुगै प्राप्ते सर्वे वर्ण आश्रम नर नर केख पत अखंत तमाल सै पाव पानत। भाव है कहते घर कलयुग के विखे जो समूह वर्ण आश्रम है सो सर्व ही प्राप्त होंगे। रौरव नरक के विखे एक भ्रष्टाचार भाव तमाल को ग्रहण करके, जेड़ा तमाल तमाकू नूं ग्रहण करन वाला। फिर लिखिया उपासते तमालंग वैक लौत पुरखाधम खीण पुण्य पत खयंत महारौरव संग के। जेड़ा पुरुष इस नूं सेवदा है
ਉਹ ਨਿਤਾ ਪ੍ਰਤ ਇਸ ਭ੍ਰਸ਼ਟਾਚਾਰ ਕੋ, ਜੋ ਉਹ ਮਨੁੱਖ ਜਗਤ ਵਿਖੇ ਮਹਾ ਨੀਚ ਹਨ ਔਰ ਵਿਅਰਥ ਜਾਣਗੇ। ਸਰਬ ਹੀ ਇਸ ਦੇ ਸ਼ੁਭ ਸਾਧਨ ਔਰ ਪੜਨਗੇ ਰੌਰਵ ਨਰਕ ਕੇ ਬੀਚ। ਅੱਗੇ ਲਿਖਿਆ ਭਖ ਭਖਣਾਤ ਪਾਵ ਮਗ ਮਯਾਗ ਮਣੰ ਚੈਤ ਮਦੈ ਪਾਨਾਤ ਚੈਤ ਪਾਪੰ ਧੂਮਰ ਪਾਨ ਸਮਾਤਰਤਾ। ਭਾਵ ਹੈ ਕਿ ਅਪਖਿਆ ਮਾਸ ਭਖਣ ਸੇ, ਨਾ ਖਾਣੇ ਵਾਲੇ को खा लेना, ਕਹਿੰਦੇ ਭਖ ਲੈਣਾ, ਭਖਣਾ ਹੁੰਦਾ ਖਾਣਾ। शराब पीने से, बेश्वा के भोग से और माता अथवा भैन के भोग से जितना पाप लगता है, सो इन्ना जितना भी पहले वो कहते ऊपर लिखी बातों, भाव के जितना इन्ना पाप एक भ्रष्टाचार तमाल के ग्रहण करने से लगता है, तां इसे त्यागना ही भला है। फिर अगे लिखिया सनाताए सर्व तीर वेख प्रियारम दुखा कोटस बृख थैब तान सरबान तमाल मान प्राप्त। ਉਹਦਾ ਟੀਕਾ ਕਰਦੇ ਗਿਆਨੀ ਜੀ ਲਿਖਦੇ ਆ ਭਾਈ, ਕਿਉਂਕਿ ਇਹ ਸਕੰਦ ਪੁਰਾਣ ਦਾ ਟੀਕਾ ਹੁਣ ਤਾਂ ਅੱਜ ਕੱਲ੍ਹ ਤਾਂ ਨੈੱਟ ਦੇ ਸਾਧਨ ਹੋ ਗਏ, ਬਹੁਤ ਪਏ ਨੇ ਗ੍ਰੰਥ, ਪੜ੍ਹ ਸਕਦੇ ਆ। ਸਰਬ ਜੋ ਹੈ ਤੀਰਥ ਪ੍ਰਯਾਗਰਾਜ, ਭਾਵ ये जिन्ने सारे जमुना सरस्वती हरिद्वार और जो समूह तीर्थ हैं, तिनों में करोड़ा ही स्नान कीते हुए नेफल हन तिस पुरख दे जिसने एक बारी भी इस तमाल नूं ग्रहण कर लिया। फिर लिखिया ब्रह्मा पिस्मा खायन नारदाए महात्मे मने नारदा तरन संदेह मत्यंग सत यद्यंग। ਹੁਣ ਇਹ ਥੋੜੇ ਜਿਹੇ ਪੜ੍ਹਨੇ ਤਾਂ ਇਸ ਤਰ੍ਹਾਂ ਜਿਨ੍ਹਾਂ ਦਾ ਅਭਿਆਸ ਬਣਿਆ ਹੁਣ ਇਸ ਤਰ੍ਹਾਂ ਪੜ੍ਹਦੇ ਰਹੇ। ਲਿਖਦੇ ਹਨ ਟੀਕਾ ਇਹਦਾ ਵੀ ਬ੍ਰਹਮਾ ਜੀ ਭਲੀ ਪ੍ਰਕਾਰ ਕਹਤੇ ਹੈ, ਹੇ ਮੁਨੀਓ, ਐ ਮੁਨੀਆਂ ਦੇ ਵਿੱਚ ਸ੍ਰੇਸ਼ਟ ਸੁਪੁੱਤਰ ਨਾਰਦ, ਤੂੰ ਮੇਰੇ ਬਾਕ ਮੇ ਨਾ ਕਰ ਜਰਾ ਵੀ ਸੰਦੇਹ, ਇਹਨਾਂ ਨੂੰ ਸਤ ਕਰਕੇ ਜਾਣ ਕਿ ਮੈਂ ਕੋਈ ਝੂਠ ਨਹੀਂ ਕਿਹਾ। ਪਤੇਨ ਤਮਾਲੇ ਵੈਣ ਰਹਿਣ ਭ੍ਰਵ ਭਵ ਨਾਰਦ ਤਤ ਸਤੋਨ ਕ੍ਰਿਤੰ ਚਿਹ ਸਵੈ ਜਨਮ ਮਲੇਸ਼ ਸਭਮੁ। ਸੰਭਵ ਜਿਵੇਂ ਆਪਾਂ ਸ਼ਬਦ ਬੋਲਦੇ, ਐ ਨਾਰਦ ਜਿਹੜਾ ਪ੍ਰੀਤੀ ਕਰਦਾ ਇਸ ਤੇ ਤਮਾਲ ਸੇ, ਇਹ ਤਮਾਕੂ ਸੇ, ਸੋ पुरुष इस भ्रष्टाचार तमाल को पृथ्वी पर संदेह से रहित होकर ग्रहण करता है, सो जानो ये किसी चंडाल का तत्व है और चंडाल का पुत्र है, पिता दा नहीं है। ਇਹੋ ਜਿਹੀਆਂ ਗੱਲਾਂ ਗ੍ਰੰਥਾਂ ਵਿੱਚ ਪ੍ਰਾਤਨ ਲਿਖੀਆਂ ਨੇ। ਗੁਰਮੁਖੋ ਅਸਲ ਕਹਾਣੀ ਇਹ ਹੈ ਵੀ ਨਾ ਤਾਂ ਇਹ ਸਨਾਤਨ 'ਚ ਪੜ੍ਹੀਆਂ ਜਾਂਦੀਆਂ, ਪੜ੍ਹਦੇ ਪੁੜ੍ਹਦੇ ਹੁਣ ਹੈ ਨਹੀਂ ਗੇ, ਕਿਉਂਕਿ ਮਿਹਨਤ ਕਰਨੋਂ ਸਾਰਿਆਂ 'ਚ ਹੀ ਕਮੀ ਹੋ ਗਈ। ਚਾਹੇ ਸਿੱਖੀ ਧਰਮੇ ਲਾ ਲਓ, ਚਾਹੇ ਸਨਾਤਨ ਧਰਮ ਦੇ ਪ੍ਰਚਾਰਕਾਂ 'ਚ ਕੋਈ ਵਿਦਵਾਨ ਹੈ ਜਿਹੜੇ ਹੁਣ ਗਿਆਨੀ ਜੀ ਨੇ ਪੜ੍ਹੇ ਹੋਏ ਸੀ, ਇਸ ਕਰਕੇ ਇੱਥੇ ਦਿੱਤੇ ਆ, ਵਰਨਾ ਨਾ ਤਾਂ ਕੋਈ ਪੜ੍ਹਦਾ ਨਾ ਕੋਈ ਸੁਣਦਾ ਹੈ। ਤਾਂ ਇਹ ਕੰਮ ਦੀਆਂ ਗੱਲਾਂ ਨੇ। ਹੁਣ ਉਹ ਜਿਹੜੀਆਂ ਰਿਸ਼ੀਆਂ ਮੁਨੀਆਂ ਨੇ ਸੁਣਾਈਆਂ, ਉਹ ਕੋਈ ਐਵੇਂ ਤਾਂ ਉਹ ਵੀ ਬੰਦਗੀਆਂ ਕੀਤੀਆਂ, ਉਹਨਾਂ ਨੇ ਕੋਈ ਤੱਤ ਕੱਢ ਕੇ ਸੁਣਾਈਆਂ, ਲੇਕਿਨ ਭਾਈ ਇਹਨਾਂ ਨੂੰ ਕੋਈ ਸੁਣਦਾ ਨਹੀਂ। ਤੋ ਇਸ ਤਰ੍ਹਾਂ ਦੇ ਜਿਹੜੇ ਆ ਬਚਨ ਕਰਦੇ, ਵਰਤਾਨ ਨਿਯਮ ਸਚੈਵ ਜਾਮ ਜਮਾਸ ਚੈਵ ਮਹਾਤਮੇ ਬ੍ਰਿਥੈਵ ਤਾਨ ਸਰਬਾਨ ਧੂਮਰ ਪਾਨ ਸੈ ਮਾਤਰੰਤ। ਟੀਕਾ ਕਰਦੇ ਲਿਖਦੇ ਨੇ ਕਿ ਬਿਆਸ ਜੀ ਕਹਿੰਦੇ ਹੋ ਬ੍ਰਹਮਾ ਨਾਰਦ ਨੂੰ ਕਹਿ ਰਿਹਾ, ਨਾਰਦ ਜਾਪ ਤਪ ਜਾਮ ਨਿਯਮ ਵਰਤ ਔਰ ਸ਼ੁਭ ਸਾਧਨ ਤਿਸਕੇ ਸਕਲ ਹੀ ਨਾਸ ਹੋ ਜਾਣਗੇ, ਜਿਸ ਨੇ ਇੱਕ ਵਾਰ ਵੀ ਇਸ ਭ੍ਰਸ਼ਟਾਚਾਰ ਨੂੰ ਗ੍ਰਹਿਣ ਕੀਤਾ। ਦੇਖੋ ਇਹਨੂੰ ਜਿਹੜੇ ਪੁਰਾਣੇ ਰਿਸ਼ੀ ਮੁਨੀ ਸੀ ਨਾ, ਉਹ ਸਿੱਧਾ ਨਾਂ ਨਹੀਂ ਸੀ ਲੈਂਦੇ ਹੁੰਦੇ, ਇਹਦਾ ਭ੍ਰਸ਼ਟਾਚਾਰ ਨਾਂ ਰੱਖਣ, ਭਾਵ ਜਿਹੜਾ ਇਸ ਤਰ੍ਹਾਂ ਤਮਾਕੂ ਨੂੰ ਗ੍ਰਹਿਣ ਕਰਦਾ ਹੈ। ਕਿਉ ਗੇਨ ਵੈਦੇਨ ਪਿਤਰ ਦੇਵਤੇ ਕਿਵੰ ਬੋਕਠ ਮੌਨੇਨੇ ਤਮਾਲੰ ਚਿੰਤ ਪਵੇਨਤਾ। ਭਾਵ ਹੈ ਕਿ जोग और ज्ञान विवेक पितर पूज देव पूज मौन और सारे साधन कीते हुए निष्फल अर्थात बेअर्थ हैं तिस पुरख दे
जो इस भ्रष्टाचार को ग्रहण करता है। फिर बचन कहे हन संन्यास से चन किंत से गृहस्थी नाप किप्रन पतियन तमालवे स्वच्छ दध मोहिस। भाव ਇਹਦਾ ਕਿ ਕਹਿੰਦੇ ਗ੍ਰਸਤ ਜੀਵਨ, ਬਾਨਪ੍ਰਸਤ, ਸੰਨਿਆਸ ਤੇ ਬ੍ਰਹਮਚਾਰ, ਇਹ ਚਾਰ ਨੇ ਨਾ। ਬੇਅਰਥ ਹੈਨ ਸਾਰੇ ਤਿਸ ਦੇ ਅਰਬੋ ਪੁਰਖ ਨੀਚ ਸਵੱਚ ਆਪ ਆਦ। ਜੋ ਨੀਚ ਵੀ ਹਨ, ਜੋ ਪੁरुष इस भ्रष्टाचार को ग्रहण करते हैं। ब्रह्म कल्याण के तस ग्रस्ते नाप किंपन बानप्रस्ते सन किंतस संन्यासे नाप किंपन। टीका करदे लिखिया कि नहीं फलदायक हुंदा तिस दा धारण कीता होया ब्रह्मचर, ग्रस्त, बानप्रस और समूह शुभ कर्म कीते हुए जिसने इस भ्रष्टाचार नूं एक बार भी ग्रहण किया है। जैसे कि एक महात्मा दा वाक है, वो लिखते हैं पातक भाजन भावत ना गुर नासक वै नर पुन पराकू। संजम साधन पुंज पलावत वास्त अंत सुफास तमाकू। लोक परलोक न पावत ठौर सुपात निशंक निरे पद आकू। सिंह नारायण जात रसातल पीवत जो नर नीत तमाकू। फिर अगे लिखिया ब्राह्मण खत्री व वैश्य शूद्रश्च मुन सत्तम स्वब सरदसो गे तमालन चेत पविच। भाव की है कि ब्राह्मण छत्री वैश्य शूद्र भाव नीच जात होवे जो इस तमाल नूं ग्रहण करेगा सो पुरुष जिहड़ा है चंडाल के सदर्श है। हे नारद मुनियों विखे श्रेष्ठ मेरा बचन सत करमान। पतत नर के को घोर रौरव नास्त्रन संशय। बिरथा संध्या बिरथा ज्ञान बिरथा वैराग्य में विचा। कहते वो पुरुष पवेगा नरक घोर के विखे ना कर। हे नारद मेरे इस वाक में संदेह तुच्छ भी पूरा भी संदेह ना कर। भाव व्यर्थ है तिसकी संध्या कीती, व्यर्थ है तिसका ज्ञान, बेअर्थ है तिसका वैराग। जो पुरुष इस भ्रष्टाचार नूं ग्रहण करेगा। बिरथा योग सच विपरिंदर तमालंग उपासते। सत्यंतता दुवापुरे चतर जो गोख भवे नर है। तो लिखते ने कि ब्रह्मा कह रहा है नारद निष्फल है तिसदा जोग अभ्यास और शुभ साधन जो इस भ्रष्टाचार नूं ग्रहण करेगा। सतयुग ते त्रेता द्वापर इन्हां तिन्ना युगां विखे नहीं होवेगा तो चौथे युग कलयुग के विखे पुरुष का धर्म नाश करने लई पैदा होवेगा। अदनैव कलरंग जात सत मालै न मान। सव्यंग नारायणा धर्म नशाए नरके पातन चाहे। तो इस तरह का जिहड़ा उपदेश दिता कि देख चौथे कलयुग विखे कल होवेगा नाम तमाल भाव तमाकू दा पुरुषां दा धर्म नाश करने के लिए और नरकां दे भरने के लिए भली प्रकार है। हे नारद भी ये बनाया इस तरह। ये लोग के सवंग जात कल गोदया सदा बुद्धे वरनाच विनसियाता सरमदवंग मनाच। लिखते ने कहते कलयुग दे विखे नीच हो जाणगे जस तो सौ पुरुष उन्हां दा जस नहीं होवेगा। जो इस भ्रष्टाचार के साथ प्रीति करेगा और वर्ण आश्रम धर्म श्रेष्ठ बुद्धि भी नाश हो जाएगी। तिना पुरुषां दी जो इस भ्रष्टाचार के साथ प्रीत करेंगे। मलेश धर्म व्यान जीवन सुमे नाश है। महामोहनग्रस्त याद मोहित। भाव की है कहते मलेच्छों के धर्म की वृद्धि के वास्ते अर्थात मलेश धर्म के बढ़ाउण वास्ते जीव को पतित करने के वास्ते अज्ञान का प्रकाश करने वास्ते ये तमाल पैदा हुआ है। इसके ग्रहण जो करेगा उसको ऊपर कही हुई सर्वत्र बातें होगी।
ਇਸ ਤਰ੍ਹਾਂ ਦੇ ਜਿਹੜੇ ਕਈ ਹੋਰ ਜਿਹੜੇ ਕਰਮ ਨੇ ਉਹ ਗ੍ਰੰਥਾਕਾਰਾਂ ਵਿੱਚ ਲਿਖੇ। ਤੋਂ ਗੱਲ ਚੱਲ ਰਹੀ ਸੀ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਮਹਾਰਾਜ ਜੀ ਨੇ ਹੁਣ ਕਿਰਪਾ ਕੀਤੀ ਹੈ ਤਾਂ ਉਹਨੂੰ ਉਪਦੇਸ਼ ਦਿੰਦਿਆਂ ਕਿ ਸਾਰਿਆਂ ਨਾਲੋਂ ਖੋਟੀ ਵਸਤੂ, ਇਹ ਆਲਮ ਸਿੰਘ ਨੇ ਪੁੱਛਿਆ ਸੀ ਮਹਾਰਾਜ ਕਿਹੜੀ ਬੁਰੀ ਚੀਜ਼ ਹੈ ਕਲਯੁਗ ਵਿੱਚ ਜਿਹਦੇ ਕਰਕੇ ਕਲਯੁਗ ਦੀ ਬੁਰਾਈ ਕਹੀ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਹਨ ਕਿ ਇਹ ਜਿਹੜਾ ਹੈ ਤਮਾਕੂ, ਇਹਦੇ ਕਿੰਨਾ ਵੀ ਚਾਹੇ ਕਿਸੇ ਨੇ ਸੁੰਘ ਲਿਆ, ਚੱਬ ਲਿਆ, ਕੁੱਟਣਾ ਭਾਵ ਕਿਸੇ ਰੂਪ ਵਿੱਚ ਵੀ ਲੈ ਲਿਆ, ਤਾਂ ਜੇ ਕੋਈ ਧਰਮੀ ਬ੍ਰਾਹਮਣ ਹੋ ਕੇ ਪੁਜਾਰੀ ਹੋ ਕਰਕੇ ਜਿਹੜਾ ਕੋਈ ਇਹ ਕਰਨ ਵਾਲਾ ਹੈ ਧੂਮਰਪਾਨ ਤਮਾਕੂ ਕਾ ਸੇਵਨ, ਉਹਨੂੰ ਕੋਈ ਦਾਨ ਦਿੰਦਾ ਹੈ, ਉਹ ਦਾਤਾ ਨਰਕਗਾਮੀ ਹੋਊ ਤੇ ਬ੍ਰਾਹਮਣ ਵਸਤੀ ਦਾ ਸੂਰ ਬਣੂ। ਇਹ ਬਚਨ ਗੁਰੂ ਸਾਹਿਬ ਜੀ ਕਹਿੰਦੇ ਬਿਆਸ ਬਚਨ ਨੇ ਧੂਮਰ ਪਾਨੰ ਰਤੇ ਵਿਪਰ ਜੇ ਦਾਨੰ ਦਾ ਚਿਤ ਸ ਦਾਤਾ ਨਰਕ ਯਾਤੀ ਬ੍ਰਾਹਮਣੰ ਗ੍ਰਾਮ ਸੁਖ ਰਹਿ। ਭਾਈ ਸਿੱਖੋ, ਮਹਾਰਾਜ ਕਹਿੰਦੇ ਤਮਾਕੂ ਵਰਤਣ ਵਾਲੇ ਪੁਰਖ ਦਾ ਜਾਪ ਤਪ ਸਭ ਨਸ਼ਟ ਹੋ ਜਾਂਦਾ ਹੈ। ਇਸ ਵਾਸਤੇ ਗੁਰੂ ਦੇ ਸਿੱਖਾਂ ਨੂੰ ਤਮਾਕੂ ਵਰਤਣ ਦੀ ਨਿਖੇਧੀ ਕੀਤੀ ਗਈ ਹੈ। ਭਾਵੇਂ ਇਸ ਦੇ ਨਿਖੇਧ ਦੀਆਂ ਕਈ ਕਥਾ ਪੁਰਾਣਾਂ ਵਾਲਿਆਂ ਨੇ ਲਿਖੀਆਂ, ਪਰ ਗਿਆਨੀ ਜੀ ਕਹਿੰਦੇ ਕਿ ਉਹਨਾਂ ਵਿੱਚੋਂ ਤੁਹਾਨੂੰ 3-4 ਕਥਾਵਾਂ ਦੱਸਦੇ ਆ। ਇਹ ਦੇਖੋ ਲਿਖਾਰੀ ਦਾ ਜਿਹੜਾ ਇਹ ਭਾਵਨਾ ਹੁੰਦੀ ਹੈ, ਕਿਸੇ ਦੀ ਰਸਨਾ ਦੁਆਰਾ ਗੱਲ ਕਹਾ ਦੇਣੀ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਕਹਿ ਰਹੇ, ਕਹਿੰਦੇ ਕਿ 3-4 ਕਥਾ ਦੱਸਦੇ ਆ। ਇੱਕ ਯਵਨ ਰਾਜੇ ਦੀ ਕੰਨਿਆ ਸੀ, ਉਹਨੇ ਪਰਨ ਕੀਤਾ ਕਿ ਮੈਂ ਜਪੀ ਤਪੀ ਸੁੰਦਰ ਕੁਲੀਨ ਉੱਚੀ ਕੁਲ ਪੁਰਸ਼ ਨਾਲ ਹੀ ਸੰਬੰਧ ਕਰਾਂਗੀ। ਉਹਦੇ ਪਿਤਾ ਨੇ ਐਸੇ ਪੁਰਸ਼ਾਂ ਦੀ ਬਹੁਤ ਢੂੰਡ ਭਾਲ ਕੀਤੀ ਤਾਂ ਇੱਕ ਬ੍ਰਾਹਮਣ ਲੱਭਿਆ ਜਿਹਦੀ ਕ੍ਰਾਂਤੀ ਦਾ ਭਾਵ ਹੁੰਦਾ ਤੇਜ ਪ੍ਰਤਾਪ। ਉਹਦੇ ਸਾਹਮਣੇ ਕੋਈ ਤੱਕ ਨਹੀਂ ਸੀ ਸਕਦਾ, ਇੰਨਾ ਕ੍ਰਾਂਤ ਸੀ, ਕਿਉਂਕਿ ਉਹ ਪੂਜਾ ਪੁੰਨ ਦਾਨ ਨਹੀਂ ਸੀ ਲੈਂਦਾ। ਰਾਜੇ ਦੀ ਕੰਨਿਆ ਦੀ ਸ਼ਾਦੀ ਤਾਂ ਬਦੋ ਬਦੀ ਉਸ ਨਾਲ ਕਰਤੀ, ਪਰ ਹੁਣ ਉਹ ਜਿਹੜਾ ਬ੍ਰਾਹਮਣ ਸੀ ਉਹਨੂੰ ਧੱਕੇ ਨਾਲ, ਰਾਜਾ ਸੀ, ਰਾਜੇ ਨੇ ਕਿਹਾ ਵਿਆਹ ਮੇਰੀ ਕੰਨਿਆ, ਉਹ ਨਹੀਂ ਚਾਹੁੰਦਾ ਸੀ, ਉਹਦੇ ਖਿਆਲਾਤ ਇਸ ਤਰ੍ਹਾਂ ਦੇ ਸਨ, ਤਾਂ ਉਹ ਉਸ ਲੜਕੀ ਦਾ ਸੰਬੰਧ ਨਾ ਬਣਾਏ। ਜਦੋਂ ਰਾਜ ਕੰਨਿਆ ਦੇ ਕੋਲ ਜਾਵੇ ਤਾਂ ਉਹਦਾ ਜਾਬਤਾ ਇੰਨਾ ਕਿ ਉਹਦੇ ਚੁਫੇਰੇ ਲੋਹੇ ਦਾ ਕੋਟ ਨਜ਼ਰ ਆ ਜਾਂਦਾ ਸੀ। ਅਖੀਰ ਜਦ ਰਾਜ ਕੰਨਿਆ ਨੇ ਉਹਦੇ ਵੱਲੋਂ ਦੁਖੀ ਹੋ ਕੇ ਆਪਣੀ ਮਾਤਾ ਕੋਲੇ ਰੋ ਰੋ ਕੇ ਸਾਰਾ ਬਰਤਾਂਤ ਦੱਸਿਆ ਤਾਂ ਰਾਣੀ ਨੇ ਰਾਜੇ ਕੋਲੇ ਗੱਲ ਕੀਤੀ। ਰਾਜੇ ਨੇ ਸਿਆਣੇ ਸਿਆਣੇ ਹੋਰ ਪੰਡਤਾਂ ਵਿਦਵਾਨਾਂ ਨੂੰ ਪੁੱਛਿਆ। ਉਹ ਕਹਿਣਗੇ ਕੋਟ ਭੰਗ ਤਾਂ ਹੋ ਸਕਦਾ ਹੈ ਜੇ ਇਸ ਨੂੰ ਤਮਾਕੂ ਪਿਆਇਆ ਜਾਵੇ, ਕਿਉਂਕਿ ਉਹਦੇ ਪੀਣ ਨਾਲ ਇਹਦੇ ਜਪ ਤਪ ਤੇਜ ਪ੍ਰਤਾਪ ਸਭ ਨਸ਼ਟ ਹੋ ਜਾਂਦਾ ਹੈ, ਹੋਰ ਕੋਈ ਮੰਤਰ ਨਹੀਂ ਫੁਰਦਾ। ਤਾਂ ਉਹਨਾਂ ਨੇ ਇਹੀ ਕੰਮ ਕੀਤਾ ਜਿਸ ਕਰਕੇ ਉਹਦੀ ਬੁੱਧੀ ਭ੍ਰਸ਼ਟ ਹੋ ਕੇ ਮੰਤਰ ਫੁਰਨੋਂ ਰਹਿ ਗਿਆ। ਅਖੀਰ ਉਹ ਰਾਜ ਕੰਨਿਆਂ ਦੇ ਅਧੀਨ ਹੋ ਕੇ ਰਹਿਣ ਲੱਗਿਆ। ਇਸ ਕਰਕੇ ਤਮਾਕੂ ਪੀਣ ਵਾਲੇ ਦੇ ਹੱਥੋਂ ਜਲ ਪੀਣਾ ਵੀ ਸ਼ਰਾਬ ਮਦਰਾ ਪੀਣ ਦੇ ਬਰਾਬਰ ਹੈ। ਮਦਰਾ ਪੀਣ ਵਾਲੇ ਦੀਆਂ 7 ਕੁੱਲਾਂ ਤੇ ਤਮਾਕੂ ਪੀਣ ਵਾਲੇ ਦੀਆਂ 21 ਕੁੱਲਾਂ ਨਰਕਾਂ ਨੂੰ ਜਾਂਦੀਆਂ, ਇਹ ਪੁਰਾਣਾਂ 'ਚ ਲਿਖਿਆ ਹੋਇਆ। ਫਿਰ ਤਮਾਕੂ ਦੀ ਉਤਪਤੀ ਬਾਬਤ ਵੀ ਇਹ ਕਿਹਾ ਹੈ ਕਿ ਇੱਕ ਨੇਮਨਾਥ ਯਵਨ ਰਾਜੇ ਨੇ ਪਰਜਾ ਨੂੰ ਬਹੁਤ ਦੁਖੀ ਕੀਤਾ, ਤਾਂ ਉਸ ਦਾ ਵਿਧਵੰਸ ਕਰਨ ਦੇ ਵਾਸਤੇ ਭਾਵ ਉਹਨੂੰ ਵਿਧਵੰਸ ਕਰਨਾ, ਪੰਡਤਾਂ ਨੇ ਉਹ ਤੋਂ ਗੋਮੇਧ ਜੱਗ ਕਰਵਾਇਆ। ਗਊਆਂ ਨੂੰ ਮਾਰ ਕੇ ਜੱਗ ਕਰਨਾ। ਜਿਸ ਜਗ੍ਹਾ ਉਹਨੇ ਗਊਆਂ ਦੇ ਕੰਨ ਦੱਬੇ, ਇਹ ਮਨੌਤ ਕਿ ਉਹ ਲਹੂ ਟਪਕਿਆ, ਉੱਥੇ ਤਮਾਕੂ ਉੱਗ ਪਿਆ ਤੇ ਉਸ ਗੋਵਧ ਦੇ ਪਾਪ ਨਾਲ ਰਾਜੇ ਦਾ ਸਰੀਰ ਵਿਗੜ ਗਿਆ। ਮੰਤਰੀਆਂ ਨੇ ਉਹਨੂੰ ਮਾਰ ਕੇ ਹੋਰ ਥਾਪ ਲਿਆ, ਜੀ ਤੋਂ ਪਰਜਾ ਨੂੰ ਸੁੱਖ ਹੋ ਗਿਆ। ਇਸ ਤਰ੍ਹਾਂ ਤਮਾਕੂ ਦੀ ਉਤਪਤੀ ਪੁਰਾਣਾਂ 'ਚ ਲਿਖੀ ਹੋਈ ਹੈ। ਪਹਿਲੇ ਇਹ ਤਮਾਕੂ ਯਵਨਾਂ ਦੇ ਮੁਲਕ ਤੁਰਕਸਤਾਨ ਵਿੱਚ ਹੁੰਦਾ ਸੀ। ਜਦੋਂ ਯਵਨਾਂ ਦੇ ਬਾਦਸ਼ਾਹ ਤੇ ਆਰੀਆਵਰਤ ਦੇ ਬਾਦਸ਼ਾਹਾਂ ਦਾ ਜੰਗ ਹੋਣ ਲੱਗਿਆ ਤਾਂ ਆਰੀਆ ਲੋਕਾਂ ਨੇ ਯਵਨਾਂ ਨੂੰ ਮਾਰ ਕੇ ਭਜਾਤਾ। ਕਈ ਵਾਰੀ ਯਵਨਾਂ ਨੇ ਚੜ੍ਹਾਈ ਕੀਤੀ, ਆਰੀਆ ਤੋਂ ਹਾਰ ਖਾਂਦੇ ਰਹੇ। ਅਖੀਰ ਯਵਨਾਂ ਨੇ ਨਜੂਮੀਆਂ ਹਕੀਮਾਂ ਨੂੰ ਜਦੋਂ
ਇਹਨਾਂ ਆਰੀਆਂ ਦੇ ਜਿੱਤਣ ਦਾ ਉਪਾਅ ਪੁੱਛਿਆ ਤਾਂ ਉਹਨਾਂ ਨੇ ਇਹੀ ਕਿਹਾ, ਜੇ ਆਰੀਆ ਲੋਕ ਤਮਾਕੂ ਪੀਣ ਲੱਗ ਜਾਣ ਤਾਂ ਇਹਨਾਂ ਦੇ ਅੰਤਸ਼ਕਰਨ ਅਪਾਵਨ ਅਪਵਿੱਤਰ ਹੋ ਜਾਣਗੇ ਤੇ ਕਰਮ ਧਰਮ ਪਾਠ ਫਲ ਦੋਨੋਂ ਰਹਿ ਜਾਣਗੇ। ਜਿਸ ਕਰਕੇ ਪਰਾਕਰਮ ਤੇ ਇਹਨਾਂ ਦੀ ਏਕਤਾ ਵੀ ਇਹਨਾਂ ਵਿੱਚ ਨਹੀਂ ਰਹੂਗੀ। ਫਿਰ ਤੁਸੀਂ ਇਹਨਾਂ ਨੂੰ ਬੜੀ ਛੇਤੀ ਜਿੱਤ ਲਓਗੇ। ਜਵਨ ਬਾਦਸ਼ਾਹ ਨੇ ਉਪਾਅ ਕੀਤਾ, ਕਈ ਸੁਦਾਗਰ ਤੇ ਹਕੀਮ ਆਰੀਆਵਰਤ ਵਿੱਚ ਭੇਜਤੇ। ਉਹਨਾਂ ਨੇ ਤਮਾਕੂ ਪੀਣ ਸੁੰਘਣ ਚੱਬਣ ਦੇ ਇਹੋ ਜਿਹੇ ਪ੍ਰਚਾਰ ਕੀਤੇ ਕਿ ਬੇਅੰਤ ਆਰੀਆ ਲੋਕ ਤਮਾਕੂ ਵਰਤਣ ਲੱਗ ਪਏ, ਜਿਸ ਕਰਕੇ ਛੇਤੀ ਹੀ ਧਰਮ ਤੇ ਪਰਾਕਰਮਹੀਣ ਹੋ ਕੇ ਮਹਿਮੂਦ ਗਜਨਵੀ ਵਰਗੇ ਜਵਨਾਂ ਦੀ ਸ਼ਿਕਾਰਗਾਹ ਬਣ ਗਏ ਫਿਰੇ। ਉਹਨਾਂ ਨੇ ਲੁੱਟ ਮਾਰ ਕੇ ਐਸੇ ਨਿਕੰਮੇ ਤੇ ਕੰਗਾਲ ਗੰਗਾਲ ਕਰਤੇ ਜਿੱਤੋਂ ਸੈਂਕੜ ਉਹਨਾਂ ਦੇ ਹੀ ਗੁਲਾਮ ਬਣ ਗਏ। ਮਹਾਰਾਜ ਕਹਿੰਦੇ, ਅਸੀਂ ਸਿੱਖਾਂ ਨੂੰ ਤਮਾਕੂ ਦੇ ਛੋਹਣ ਤੋਂ ਵੀ ਤਨਖਾਹੀਆ ਹੋਣਾ ਕਿਹਾ ਤੇ ਸੱਚਮੁੱਚ ਤਨਖਾਹੀਏ ਭਾਵ ਮਹਾਪਾਪੀ ਹੋ ਜਾਂਦਾ ਹੈ। ਇਹ ਬਚਨ ਸੁਣ ਕੇ ਪਿੰਡੀ ਦਾਸ, ਨੰਦ ਸਿੰਘ, ਬਿਧੀ ਚੰਦ, ਬ੍ਰਿਜ ਲਾਲ, ਨੰਦ ਲਾਲ, ਆਲਮ ਸਿੰਘ ਆਦਿਕ ਸਿੱਖਾਂ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜੇ ਕਿਸੇ ਤਰ੍ਹਾਂ ਤਮਾਕੂ ਨੂੰ ਛੋਹਿਆ ਜਾਵੇ ਕੋਈ ਅਚਨਚੇਤ ਤੇ ਉਹ ਪਾਪ ਕਿਵੇਂ ਦੂਰ ਹੋਵੇ। ਗੁਰੂ ਸਾਹਿਬ ਕਹਿਣ ਲੱਗੇ, ਭਾਈ ਉਹ ਪਾਪ ਜਪਜੀ ਸਾਹਿਬ ਜਾਂ ਸੁਖਮਨੀ ਸਾਹਿਬ ਦੇ ਪਾਠ ਕਰਨ ਕਰਾਉਣ ਨਾਲ ਦੂਰ ਹੁੰਦਾ ਹੈ, ਹੋਰ ਕਿਸੇ ਤਰ੍ਹਾਂ ਨਹੀਂ ਹਟਦਾ। ਇੱਕ ਦਿਨ ਗੁਰੂ ਸਾਹਿਬ ਜੀ ਸ਼ਿਕਾਰ ਗਏ, ਕਿਸੇ ਖੇਤ ਵਿੱਚ ਦੀ ਲੰਘਣ ਲੱਗੇ ਤੇ ਗੁਰੂ ਸਾਹਿਬ ਦਾ ਘੋੜਾ ਅੜ ਖੜੋਤਾ। ਕਈ ਚਾਬਕ ਮਾਰੇ, ਜਦੋਂ ਫੇਰ ਵੀ ਨਾ ਤੁਰਿਆ ਔਰ ਸਿੱਖਾਂ ਨੇ ਖੇਤ ਦੇਖਿਆ ਤਮਾਕੂ ਨਜ਼ਰ ਆਇਆ, ਇਸ ਕਰਕੇ ਘੋੜਾ ਤੁਰਦਾ ਨਹੀਂ। ਬਚਨ ਹੋਇਆ ਖਾਲਸਾ ਜੀ, ਜਿਸ ਜ਼ਮੀਨ ਵਿੱਚ ਤਮਾਕੂ ਬੀਜਿਆ ਜਾਵੇ ਉਹ ਧਰਤੀ ਅਪਵਿੱਤਰ ਹੋ ਜਾਂਦੀ ਹੈ। ਜੋ ਲੋਕ ਪੀਂਦੇ ਖਾਂਦੇ ਨੇ ਭਲਾ ਉਹ ਕਿਉਂ ਨਹੀਂ ਭ੍ਰਸ਼ਟ ਹੋਣਗੇ। ਪ੍ਰਤੱਖ ਵੀ ਉਹਨਾਂ ਤੋਂ ਬਦਬੂ ਆਉਂਦੀ ਹੈ ਤੇ ਰੋਗੀ ਹੋ ਕੇ ਮਰਦੇ ਨੇ, ਖੂੰ ਖੂੰ ਕਰਦੇ ਆ, ਅੱਗ ਲੈਣ ਨੂੰ ਦਰ ਦਰ ਫਿਰਦੇ ਹਨ। ਇਹ ਬਚਨ ਸੁਣ ਕੇ ਫਿਰ ਅਨੇਕਾਂ ਸਹਿਜਧਾਰੀ ਸਿੱਖ ਸਿੰਘ ਸਜ ਗਏ ਔਰ ਇਸ ਜਗਤ ਜੂਠ ਤੋਂ ਬਚ ਕੇ ਸੁਧਰਮ ਕਰਮ ਦੇ ਅਧਿਕਾਰੀ ਬਣੇ। ਇੱਕ ਦਿਨ ਗੁਰੂ ਪਾਤਸ਼ਾਹ ਮਹਾਰਾਜ ਕੋਲ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੋ ਸਿਰ ਮੂੰਹ ਬਣਾਉਂਦੇ ਨੇ ਉਹ ਕਿਹੋ ਜਿਹੇ ਕਰੂਪ ਭੈੜੇ ਚੰਦਰੇ ਜੇ ਮੂੰਹ ਬਣਾ ਕੇ ਬਹਿੰਦੇ ਆ। ਭਾਵੇਂ ਇਹਨਾਂ ਨੂੰ ਲੱਖ ਸਮਝਾਈਏ ਕਿ ਤੁਸੀਂ ਕਿਉਂ ਨਾਈਆਂ ਦੀ ਮੈਲੀ ਕੁਚਾਲੀ ਕਟੋਰੀ ਮੁਹੰਮਦੀਆਂ ਦੀ ਜੂਠੀ ਭ੍ਰਸ਼ਟ ਕੀਤੀ ਹੋਈ ਪਾਣੀ ਤੇ ਜੁੱਤੀ ਦੇ ਉਸੇ ਚੰਮ ਵਾਲਾ ਉਸ ਤਰ੍ਹਾਂ ਸਿਰ ਮੂੰਹ ਤੇ ਫਰਾਉਂਦੇ ਹੋ। ਨਾਈ ਲੋਕ ਤੁਹਾਨੂੰ ਧੌਣ ਫੜ ਕੇ ਭੇਡ ਵਾਂਗੂ ਕਾਬੂ ਕਰਕੇ ਇੱਧਰ ਉੱਧਰ ਮੂੰਹ ਕਰਾ ਕੇ ਤੁਹਾਡੀ ਦੁਰਦਸ਼ਾ ਕਰਦੇ ਆ। ਤੁਸੀਂ ਕਿਉਂ ਨਹੀਂ ਕੇਸ ਰੱਖਦੇ ਜੋ ਇਸ ਪਰਾਧੀਨਤਾ ਤੋਂ ਛੁੱਟ ਜਾਓ। ਪਰ ਇਸ ਭੈੜ ਪੁਣੇ ਤੋਂ ਹਟਦੇ ਨਹੀਂ। ਕੀ ਕਾਰਨ ਹੈ ਤੇ ਇਹ ਮੁੰਡਣ ਕਦ ਤੋਂ ਕਿਸ ਤਰ੍ਹਾਂ ਕਰਕੇ ਚੱਲਿਆ ਹੈ। ਕਿਹਾ ਜਾਂਦਾ ਹੈ ਕਿ ਇਹ ਭ੍ਰਸ਼ਟ ਕਰਮ ਪਾਂਡਵਾਂ ਦੇ ਰਾਜ ਤੋਂ ਪਿੱਛੋਂ ਇਸ ਤਰ੍ਹਾਂ ਚੱਲਿਆ ਕਿ ਇੱਕ ਨੰਦ ਚੰਦ ਸ਼ੂਦਰ ਰਾਜਾ ਐਸਾ ਬਲੀ ਹੋਇਆ ਕਿ ਸਾਰੇ ਭਾਰਤ ਵਰਤ ਦੇ ਰਾਜੇ ਉਸਨੇ ਆਪਣੇ ਵਸ ਕਰ ਲਏ ਸੀ। ਉਹਨਾਂ ਛਤਰੀ ਰਾਜਿਆਂ ਨੇ ਦੁਖੀ ਹੋ ਕੇ ਵਿਪਰਾਂ ਨੂੰ ਕਿਹਾ, ਤੁਸੀਂ ਸਾਡੀ ਸਹਾਇਤਾ ਕਰੋ, ਅਸੀਂ ਤੁਹਾਡੀ ਆਣ ਕਾਣ ਮੰਨਾਂਗੇ। ਬ੍ਰਾਹਮਣਾਂ ਨੇ ਉਹਨਾਂ ਤੋਂ ਪਦਾਰਥ ਲੈਣਾ ਕਰਕੇ ਨੰਦ ਰਾਜਾ ਦੇ ਮਾਰਨ ਲਈ ਮੰਤਰ ਜੰਤਰ ਕਰਨੇ ਆਰੰਭ ਕੀਤੇ ਤੇ ਰਾਜੇ ਨੰਦ ਚੰਦ ਨੇ ਖਬਰ ਸੁਣ ਕੇ ਕਈ ਹਜ਼ਾਰ ਵਿਪਰ ਮੰਤਰ ਜੰਤਰ ਕਰਦਾ ਫੜ ਲਿਆ ਤੇ ਜਦੋਂ ਉਹਨਾਂ ਨੂੰ ਕਤਲ ਕਰਨ ਦਾ ਹੁਕਮ ਹੋਇਆ ਤਾਂ ਉਹਦੇ ਵਜ਼ੀਰਾਂ ਨੇ, ਜਿਹੜੇ ਬੜੇ ਸਿਆਣੇ ਸੀ, ਰਾਜੇ ਅੱਗੇ ਅਰਜ਼ ਕੀਤੀ ਵੀ ਇਹਨਾਂ ਨੂੰ ਮਾਰਨ ਦੇ ਕਰਕੇ ਬ੍ਰਹਮ ਹੱਤਿਆ ਦਾ ਪਾਪ ਲੱਗੂ ਤੇ ਅਪਜਸ ਹੋਵੇਗਾ, ਤਾਂ ਤੇ ਜੇ ਇਹਨਾਂ ਦੇ ਸਿਰ ਮਨਾਏ ਜਾਣ ਨਾਲੇ ਤਾਂ ਇਹ ਮੋਇਆ ਸਮਾਨ ਹੋ ਜਾਣਗੇ, ਨਾਲੇ ਇਹਨਾਂ ਦਾ ਜੰਤਰ ਮੰਤਰ ਤਾਪ ਜਾਪ ਹੋਮ ਕੋਈ ਸਫਲਾ ਨਹੀਂ ਹੋਊਗਾ। ਕੇਸ ਕੱਟਣ ਕਰਕੇ ਅੰਗ ਭੰਗ ਹੋ ਜਾਣਗੇ। ਅੰਗ ਭੰਗ ਦਾ ਮੰਤਰ ਨਹੀਂ ਫੁਰਦਾ ਹੈ। ਤੇ ਰਾਜੇ ਨੇ ਇਹੋ ਹੀ ਕੰਮ ਕੀਤਾ, ਬੇਅੰਤ ਵਿਪਰਾਂ ਦੇ ਸਿਰ ਮੁੰਡਵਾਤੇ। ਉਹਨੇ ਤਾਂ ਇਹ ਦੰਡ ਦਿੱਤਾ ਸੀ ਪਰ ਬ੍ਰਾਹਮਣਾਂ ਨੇ ਉਸ ਦੁੱਖਣ ਨੂੰ ਭੂਖਣ ਬਣਾ ਲਿਆ, ਭਾਵ ਦੋਸ਼ ਨੂੰ ਵੀ ਗਹਿਣਾ ਬਣਾ ਕੇ ਪ੍ਰਕਾਸ਼ਿਤ ਕਰਤਾ। ਸਗੋਂ ਮੁੰਡਨ ਦੀ ਵਡਿਆਈ ਤੇ ਜ਼ਰੂਰੀ ਆਪਣੇ ਉਸ ਤਰ੍ਹਾਂ ਦੇ ਸ਼ਲੋਕ ਬਣਾ ਕੇ ਪੁਰਾਣਾਦਿਕਾਂ ਵਿੱਚ ਪਾਤੇ
ਜਿਨ੍ਹਾਂ ਨੂੰ ਸੁਣ ਕੇ ਆਪਣਾ ਧਰਮ ਜਾਣ ਕੇ ਹੁਣ ਤੱਕ ਵਿਪਰ ਖੱਤਰੀ ਮੁੰਡਨ ਕਿਰਿਆ ਕਰਵਾ ਰਹੇ ਹੈ। ਇਸ ਤਰ੍ਹਾਂ ਉਸ ਸਮੇਂ ਤੋਂ ਜਿਉਂ-ਜਿਉਂ ਮੁੰਡਨ ਦਾ ਰਿਵਾਜ ਪਿਆ, ਹੁਣ ਤੱਕ ਮੂਰਖ ਲੋਕ ਕੇਸਾਂ ਦਾ ਬੁੱਗ ਕਰਕੇ ਕਿ ਪਰਮੇਸ਼ਰ ਦੀ ਆਗਿਆ ਭੰਗ ਕਰਨ ਦੇ ਗੁਨਾਹੀ ਔਰ ਅਧਰਮੀ ਹੋ ਰਹੇ ਹਨ। ਇਸ ਦਿਨ ਤੋਂ ਪਹਿਲਾਂ ਸਤਯੁਗ, ਤ੍ਰੇਤਾ, ਦੁਆਪਰ ਵਿੱਚ ਕਦੇ ਕਿਸੇ ਨੇ ਕੇਸ ਨਹੀਂ ਸੀ ਮਨਾਏ। ਜੇ ਕਿਤੇ ਕੋਈ ਦੇਖੋ ਵੀ ਤਾਂ ਉਹ ਬਨਾਵਟੀ ਲਿਖਤ ਹੈ। ਦੇਖੋ ਜਿਹੜੀਆਂ ਮੂਰਤਾਂ ਨੇ ਤੇ ਕਹਾਣੀਆਂ ਪਿਛਲੇ ਰਿਸ਼ੀਆਂ ਮੁਨੀਆਂ ਦੀਆਂ, ਰਾਜਿਆਂ ਦੀਆਂ, ਸਭ ਜਟਾ ਜੂਟ ਕੇਸਾਧਾਰੀ ਸਾਬਤ ਹੁੰਦੇ ਆ। ਇਸੇ ਕਰਕੇ ਉਹਨਾਂ ਦੇ ਵਿੱਚ ਬੜੇ ਬੜੇ ਪਰਾਕਰਮ, ਬਲ, ਸੂਰਬੀਰਤਾ ਔਰ ਗੁਣਾਂ ਦੀ ਬਹੁਤਾਈ ਸੀ। ਇਹਨਾਂ ਕੇਸਾਂ ਦੀ ਬੇਅਦਬੀ ਕਰਨ ਦੇ ਪਾਪ ਨੇ ਵਰਣਾਸ਼ਰਮ ਲੋਕਾਂ ਨੂੰ ਤੇਜ ਪ੍ਰਤਾਪ ਤੋਂ ਹੀਣੇ ਕਰਤਾ, ਯਵਨਾਂ ਦੇ ਗੁਲਾਮ ਕਰ ਛੱਡਿਆ, ਜਿਸ ਤੋਂ ਪਰਾਧੀਨਤਾ ਔਰ ਬੇਅੰਤ ਕਸ਼ਟ ਕਲੇਸ਼ ਉਠਾ ਰਹੇ ਨੇ। ਭਾਈ ਸਿੱਖੋ, ਜੇ ਪਰਮੇਸ਼ਰ ਨੂੰ ਕੇਸ ਨਾ ਪਾਉਂਦੇ ਤਾਂ ਜਿਸ ਤਰ੍ਹਾਂ ਇਸਤਰੀਆਂ ਦੇ ਮੁੱਖ ਪਰ ਕੇਸ ਨਹੀਂ ਉਗਾਏ, ਉਹ ਪੁਰਖਾਂ ਦੇ ਵੀ ਨਾ ਉਗਾਉਂਦਾ। ਦਾੜੀ ਸਗੋਂ ਮਰਦ ਦੀ ਸੁੰਦਰਤਾਈ ਦੀ ਨਿਸ਼ਾਨੀ ਹੈ। ਜੰਬੂਰ, ਤੌਰੇਤ, ਅੰਜੀਲ, ਕੁਰਾਨ ਵਿੱਚ ਲਿਖਿਆ ਹੋਇਆ ਕਿ ਖੁਦਾ ਨੇ ਬਾਬਾ ਆਦਮ ਨੂੰ ਆਪਣੇ ਜਿਹੀ ਸ਼ਕਲ ਵਾਲਾ ਪੈਦਾ ਕੀਤਾ। ਸੋ ਆਦਮ ਦੀ ਤਸਵੀਰ ਜਿੱਥੇ ਕਿੱਥੇ ਹੈ ਦਾੜੀ ਕੇਸਾਂ ਵਾਲੀ ਹੈ। ਇਹ ਤੋਂ ਸਾਬਤ ਹੋਇਆ ਕਿ ਸਗੁਣ ਰੂਪ ਖੁਦਾ ਵੀ ਦਾੜੀ ਕੇਸਾਂ ਵਾਲਾ ਹੈ। ਤਾਂ ਹੀ ਉਸ ਦੇ ਪੈਗੰਬਰ ਮੂਸਾ, ਈਸਾ, ਮੁਹੰਮਦ ਆਦਿਕ ਸਭ ਕੇਸਾਂ ਵਾਲੇ ਹਨ, ਔਰ ਇਸੇ ਕਰਕੇ ਉਹਨਾਂ ਨੇ ਦਾੜੀ ਕੇਸ ਕਟਾਵਣ ਦਾ ਹੁਕਮ ਨਹੀਂ ਦਿੱਤਾ। ਜੋ ਕਟਾਵਦੇ ਹਨ ਉਹ ਸਭ ਆਰੀਆ ਧਰਮ ਦੇ ਜਵਨ ਧਰਮ ਤੋਂ ਖਾਰਜ ਨੇ। ਆਰੀਆ ਧਰਮ ਔਰ ਜਵਨ ਦੋਨਾਂ ਤੋਂ। ਭਾਈ ਗੁਰਦਾਸ ਜੀ ਦਾ ਬਚਨ ਹੈ। ਇਸ ਤਰ੍ਹਾਂ ਇਹ ਕਿਸੇ ਨੇ ਭਾਈ ਗੁਰਦਾਸ ਜੀ ਦਾ ਬਚਨ ਕਿਹਾ ਜਾਂ ਕਿਸੇ ਨੇ ਇਹਨੂੰ ਜਨਮ ਸਾਖੀਆਂ ਦਾ ਕਿਹਾ। ਵੈਸੇ ਇਹ ਭਾਈ ਗੁਰਦਾਸ ਜੀ ਦੀਆਂ 12 ਵਿੱਚ ਪੰਕਤੀ ਨਹੀਂ ਆਉਂਦੀ, ਜਨਮ ਸਾਖੀ ਵਿੱਚ ਆਉਂਦੀ ਹੈ। ਸਾਬਤ ਸੂਰਤ ਰੱਬ ਦੀ ਭੰਨਨ ਬੇਈਮਾਨ। ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ। ਕਈ ਲੋਕ ਕਹਿੰਦੇ ਨੇ ਭਾਈ ਗੁਰਦਾਸ ਔਰ ਗੁਰੂ ਜੀ ਸਭ ਸਹਿਜਧਾਰੀ ਸੀ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਸਿੱਖੋ, ਸਭ ਗੁਰੂ ਸਾਹਿਬ ਕੇਸ ਰੱਖਦੇ ਰਹੇ ਨੇ। ਜੇ ਨਾ ਰੱਖਦੇ ਹੁੰਦੇ ਤਾਂ ਫਿਰ ਬਚਨ ਕਿਵੇਂ ਕਰਦੇ? ਕੇਸਾਂ ਕਾ ਕਰ ਚਵਰ ਟੁਲਾਵਾ, ਚਾਰਣ ਧੂੜ ਮੁਖ ਲਾਈ। ਕਿਤੇ ਬਚਨ ਆਉਂਦੇ ਆ, ਕੇਸਾਂ ਕਾ ਕਰ ਬੀਜਨਾ, ਸੰਤ ਚੌਰ ਟੁਲਾਵੋ, ਸੀਸ ਨਿਹਾਰੋ ਚਰਨ ਤਲ ਧੂਰ ਮੁਖ ਲਾਵੋ। ਕਿਤੇ ਬਚਨ ਭਗਤ ਕਬੀਰ ਸਾਹਿਬ ਦੇ, ਦਿਵਸ ਰੈਨ ਤੇਰੇ ਪਾਓ ਪਲੋਸੋਂ, ਕੇਸ ਚਵਰ ਕਰ ਫੇਰੀ। ਤੇ ਇਤਿਹਾਦਕ ਮਹਾਰਾਜ ਕਹਿੰਦੇ ਫਿਰ ਬਚਨ ਨਾ ਉਚਾਰਦੇ, ਨਾ ਬਚਨਾਂ ਤੋਂ ਸਿੱਧ ਹੈ ਕਿ ਉਹ ਸਭ ਕੇਸਾ ਧਾਰੀ ਸਨ। ਇਸੇ ਸਾਲ ਹੀ ਫਿਰ ਹਾੜ ਦਾ ਮਹੀਨਾ 1759 ਬਿਕਰਮੀ, ਸੂਰਜ ਗ੍ਰਹਿਣ ਪਰ ਮਾਤਾ ਗੁਜਰੀ ਜੀ ਤੇ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਇਤਿਆਦਿ ਕੁਟੰਬੀਆਂ ਹੋਰ ਕਈ ਸਿੱਖਾਂ ਦੇ ਕਹਿਣ ਕਰਕੇ ਗੁਰੂ ਸਾਹਿਬ ਆਨੰਦਪੁਰ ਸਾਹਿਬ ਤੋਂ ਚੱਲ ਕੇ ਥਨੇਸਰ ਸ਼ਹਿਰ ਕੁਰਖੇਤਰ ਤੀਰਥ ਦੇ ਕਿਨਾਰੇ, ਜਿੱਥੇ ਹੁਣ ਗੁਰੂ ਕਾ ਸਥਾਨ ਹੈ, ਉੱਥੇ ਜਾ ਰਹੇ ਤੇ ਮਹਿਲਾਂ ਸਮੇਤ ਮਾਤਾ ਜੀ ਪੰਡਤ ਮਨੀ ਰਾਮ ਦੇ ਘਰ ਜਾ ਕੇ ਠਹਿਰੇ। ਥਨੇਸਰ ਗੁਰੂ ਸਾਹਿਬ ਦਾ ਸੂਰਜ ਗ੍ਰਹਿਣਪੁਰ ਜਾਣਾ ਸੁਣ ਕੇ ਬਹੁਤ ਸਿੱਖ ਉੱਥੇ ਚਲੇ ਗਏ ਔਰ ਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ ਲੱਗੇ ਮਾਇਆ ਚੜਾਉਣ। ਦਿਨੇ ਰਾਤ ਲੰਗਰ ਵਰਤਦਾ ਰਹੇ, ਖਲਕਤ ਆਵੇ ਛਕ ਛਕ ਕੇ ਜਾਵੇ। ਜੀ ਤੋਂ ਗੁਰੂ ਸਾਹਿਬ ਦਾ ਜਸ ਸਾਰੇ ਮੇਲੇ ਵਿੱਚ ਖਿੰਡ ਗਿਆ ਤਾਂ ਜੋਗੀ ਕੰਨ ਪਾਟਿਆਂ ਨੂੰ, ਜਿਹੜੇ ਗੁਰੂ ਸਾਹਿਬ ਦੇ ਡੇਰੇ ਤੋਂ ਥੋੜੀ ਦੂਰ ਉਤਰੇ ਹੋਏ ਸੀ, ਬਹੁਤ ਈਰਖਾ ਫੁਰੀ, ਜਿਸ ਤੋਂ ਸਭ ਜੋਗੀ ਸੈਂਕੜੇ ਸੇਵਕਾਂ ਦੇ ਸਮੇਤ ਇਹ ਸੋਚ ਕੇ ਕਿ ਆਪਾਂ ਗੁਰੂ ਕਾ ਲੰਗਰ ਮੁਕਾਈਏ ਤਾਂ ਇਹ ਕੁਨੀਤ ਥਾਪ ਕੇ ਪੰਗਤ ਵਿੱਚ ਜਾ ਬੈਠੇ। ਪ੍ਰਸ਼ਾਦ ਵਰਤਣ ਲੱਗਿਆ ਤਾਂ ਉਹਨਾਂ ਦੇ ਮਹੰਤ, ਜਿਹਦਾ ਨਾਂ ਚੰਦਨ ਨਾਥ ਤੇ ਮਦਨ ਨਾਥ ਲਿਖਿਆ, ਉਹਨਾਂ ਨੇ ਆਪਣੀਆਂ ਚਿੱਪੀਆਂ ਡਾਹਤੀਆਂ ਜਿਹੜੀਆਂ ਭਰਨ ਵਿੱਚ ਹੀ ਨਾ ਆਉਣ। ਗੁਰੂ ਸਾਹਿਬ ਜੀ ਨੂੰ ਦੱਸਿਆ। ਸਤਿਗੁਰਾਂ ਨੇ ਇਹ ਹਾਲ ਸੁਣ ਕੇ ਭਾਈ ਦਇਆ ਸਿੰਘ ਨੂੰ ਕਿਹਾ, ਭਾਈ ਸਾਹਿਬ ਜਾਓ ਪ੍ਰਸ਼ਾਦ ਵਰਤਾਉਣ ਲੱਗੋ। ਜਦੋਂ ਵਰਤਾਉਣ ਲੱਗ ਗਏ ਉਹਦੇ ਹੱਥੋਂ ਇੱਕ ਇੱਕ ਪ੍ਰਸ਼ਾਦਾ ਲੈ ਕੇ ਸਾਰੇ ਰੱਜ ਗਏ, ਭੁੱਖ ਹੀ ਨਾ ਰਹੀ। ਤੇ ਜੋਗੀ ਇਹ ਗੱਲ ਵਿਚਾਰ ਕੇ ਕਿ ਜਿਹਦੇ ਸਿੱਖਾਂ ਵਿੱਚ ਇੰਨੀ ਸ਼ਕਤੀ ਹੈ ਉਹਦੇ ਨਾਲ ਸਾਡੀ ਭਲਾ ਕਿਵੇਂ ਪੁੱਗ ਸਕਦੀ ਹੈ। ਫਿਰ ਗੁਰੂ ਸਾਹਿਬ ਨੂੰ ਆ ਕੇ ਮਿਲੇ, ਹੋਰ ਵੀ ਬਹੁਤ ਭੇਖ ਆ ਕੇ ਮਿਲੇ।
ਆਪੋ ਵਿੱਚ ਅਨੇਕਾਂ ਤਰ੍ਹਾਂ ਦਾ ਬ੍ਰਹਮ ਵਿਚਾਰ, ਸ਼ਸਤਰ ਵਿਦਿਆ, ਸ਼ਿਕਾਰ ਦੇ ਬਚਨ ਹੁੰਦੇ ਰਹੇ। ਤੇ ਜਿਹੜੇ ਸੁਣ ਕੇ ਮਦਨਨਾਥ ਮਹੰਤ ਨੇ ਸਤਿਗੁਰਾਂ ਦੇ ਚਰਨ ਫੜ ਲਏ। ਗੁਰੂ ਸਾਹਿਬ ਕਹਿਣ ਲੱਗੇ, ਨਾਥ ਜੀ ਤੁਸੀਂ ਜੋਗੀਸ਼ਰ ਹੋ, ਸਾਡੇ ਗ੍ਰਸਤੀਆਂ ਦੇ ਪੈਰਾਂ ਨੂੰ ਹੱਥ ਕਿਉਂ ਲਾਏ? ਉਹਨੇ ਨਿਮਰਤਾ ਵਿੱਚ ਹੋ ਕੇ ਬੇਨਤੀ ਕੀਤੀ, ਕਿਹਾ ਮਹਾਰਾਜ ਆਪ ਸੱਚੇ ਧਰਮ ਅਵਤਾਰ ਛਤਰੀ, ਅਕਾਲ ਪੁਰਖ ਨੇ ਧਰਮ ਦੇ ਰਖਵਾਲੇ ਕਾਇਮ ਕਰਕੇ ਆਪ ਜੀ ਨੂੰ ਜਗਤ ਵਿੱਚ ਭੇਜਿਆ ਹੈ। ਸਾਰੇ ਵਰਨ ਆਸ਼ਰਮਾਂ ਦੀ ਪ੍ਰਤਪਾਲਾ ਆਪ ਔਰ ਆਪ ਦਾ ਪੰਥ ਕਰੇਗਾ। ਤੁਹਾਡਾ ਬੁਰਕਾ ਸ਼ੇਰ ਦਾ, ਕਰਨੀ ਸੰਤਾਂ ਦੀ ਹੈ। ਗੁਰੂ ਸਾਹਿਬ ਕਹਿਣ ਲੱਗੇ, ਨਾਥ ਜੀ ਤੁਰਕ ਦੁਸ਼ਟ ਧਰਮ ਦੇ ਘਾਤਕ ਦੰਡ ਬਿਨਾ ਨਹੀਂ ਦਬਦੇ, ਇਸ ਲਈ ਅਸੀਂ ਇਹ ਸਿੰਘ ਪੰਥ ਸਾਜਿਆ ਹੈ। ਇਹ ਜਿਹੜਾ ਮਨੀ ਰਾਮ ਪੰਡਤ ਸੀ, ਗੁਰੂ ਮਹਾਰਾਜ ਗੁਰੂ ਕੇ ਮਹਿਲ ਜਿਸ ਜਗ੍ਹਾ ਰਹੇ ਉੱਥੇ ਵੀ ਗੁਰੂ ਸਥਾਨ ਹੈ। ਇਹਦੀ ਭੈਣ ਬਾਲ ਵਿਧਵਾ ਨੇ ਮਾਤਾ ਜੀ ਦੀ ਬਹੁਤ ਸੇਵਾ ਕੀਤੀ ਤੇ ਉਹਨਾਂ ਖੁਸ਼ ਹੋ ਕੇ 5 ਗ੍ਰੰਥੀ ਪੋਥੀ ਇਹਨਾਂ ਨੂੰ ਦਿੱਤੀ। ਇੱਕ ਸਾਖੀਆਂ ਦੀ ਜੋ ਦਲੀਪ ਸਿੰਘ ਵਾਲੀ ਉੱਗੀ ਹੈ ਸਾਖੀ, ਸੋ ਉਹ ਮਰਨ ਲੱਗੀ ਆਪਣੀ ਠਾਕਰ ਪੂਜਾ ਸਮੇਤ ਇੱਕ ਆਲੇ ਵਿੱਚ ਬੰਦ ਕਰ ਗਈ। ਸੰਮਤ 1872 ਬਿਕਰਮੀ ਨੂੰ ਮਨੀ ਰਾਮ ਦਾ ਪੋਤਰਾ ਸੌਲੀ ਮਿਸ਼ਰ ਉਹਨੇ ਮਕਾਨ ਮੁੜ ਕੇ ਬਣਾਉਣ ਲਈ ਕੰਧ ਢਾਈ ਤਾਂ ਵਿੱਚੋਂ ਠਾਕੁਰ ਪੂਜਾ ਤੇ ਪੋਥੀਆਂ ਨਿਕਲੀਆਂ। ਉਹ ਫਿਰ ਉਸਨੇ ਸਰਦਾਰ ਅਮਰ ਸਿੰਘ ਪੁਰੀਏ ਨੂੰ ਦਿਖਾਈਆਂ। ਸਿੰਘਪੁਰੀਆ ਜਿਹੜਾ ਸੀ, ਉਸਨੇ 100 ਸਾਖੀ ਦੀ ਪੋਥੀ ਲਿਖਣ ਵਾਸਤੇ ਬੁੜਾਏ ਨੱਥਾ ਸਿੰਘ ਲਿਖਾਰੀ ਕੋਲ ਭੇਜਤੀ ਤਾਂ 3 ਉਤਾਰੇ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਮਹਾਰਾਜੇ ਰਣਜੀਤ ਸਿੰਘ ਦੇ ਕੋਲ ਪਹੁੰਚਿਆ। ਉੱਥੋਂ ਫਿਰ ਰਾਮ ਸਿੰਘ ਕੂਕੇ ਨੇ ਅਰਥ ਸੁਣਾਏ, ਕਿਹਾ ਕਿ ਸੰਮਨ ਬੁਰਜ ਦੇ ਵਿੱਚ ਅੰਗਰੇਜ਼ੀ ਤਮੂਰ ਵੱਜੇਗਾ। ਉਹ ਰਾਮ ਸਿੰਘ ਕੂਕੇ ਨੇ ਅਸਲ ਵਿੱਚ ਉਹਨਾਂ ਜਨਮ ਉਹ ਜਿਹੜੀਆਂ 100 ਸਾਖੀਆਂ ਉਹਦੇ ਵਿੱਚੋਂ ਸੁਣਾਏ। ਮਹਾਰਾਜੇ ਬਹਾਦਰ ਨੇ ਉਸੇ ਸਾਲ ਕਲਕੱਤੇ ਤੋਂ ਅੰਗਰੇਜ਼ੀ ਬਾਜਾ ਮੰਗਾ ਕੇ ਸੰਮਨ ਬੁਰਜ ਤੇ ਵਜਵਾਇਆ ਸੀ। ਭਾਵੇਂ ਉਹ ਸ਼ਗਨ ਤੇ ਗੁਰੂ ਕਾ ਹੁਕਮ ਪੂਰਾ ਕਰ ਦਿੱਤਾ, ਪਰ ਇਹ ਕੀ ਖਬਰ ਸੀ ਕਿ ਇੱਥੇ ਗੋਰੇ ਹੀ ਨਿਵਾਸ ਕਰਨਗੇ। ਸਗੋਂ ਸਾਖੀਆਂ ਵਿੱਚੋਂ ਦਲੀਪ ਸਿੰਘ ਦੀ ਬਾਦਸ਼ਾਹੀ ਕਾਇਮ ਹੋਣੀ ਸੁਣ ਮਹਾਰਾਜੇ ਨੇ ਆਪਣੇ 8ਵੇਂ ਫਿਰ ਪੁੱਤਰ ਜਿਹੜਾ ਸੀ ਉਹਦਾ ਨਾਮ ਹੀ ਦਲੀਪ ਸਿੰਘ ਰੱਖਤਾ, ਜਿਹਦਾ ਫਲ ਉਲਟਾ ਹੋਇਆ, ਦਲੀਪ ਸਿੰਘ ਬਾਦਸ਼ਾਹ ਹੋਵੇਗਾ। ਇਹੋ ਅਰਥ ਕਰਨ ਬਦਲੇ ਰਾਮ ਸਿੰਘ ਕੂਕੇ ਨੂੰ ਮਹਾਰਾਜੇ ਸ਼ੇਰ ਸਿੰਘ ਨੇ ਗੋਬਿੰਦਗੜ੍ਹ ਦੇ ਕਿਲੇ 'ਚ ਕੈਦ ਕਰ ਦਿੱਤਾ ਸੀ ਤੇ ਰਾਣੀ ਜਿੰਦਾ ਨੇ 1.25 ਲੱਖ ਦੀ ਜਗੀਰ ਦੇਣੀ ਲਿਖ ਦਿੱਤੀ ਸੀ। ਹੁਣ ਮਨੀ ਰਾਮ ਪੰਡਤ ਦੀ ਜਿਹੜੀ ਸੰਤਾਨ ਹੈ ਬਾਸਦੇਵ ਜੋਤਸ਼ੀ ਥਨੇਸਰ ਵਿੱਚ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਭਾਈ ਰਹਿੰਦਾ ਹੈ। ਤੋ ਇਸ ਤਰ੍ਹਾਂ ਨਾਲ ਇਹ ਵੀ ਦੱਸਿਆ। ਉੱਥੇ ਹੀ ਫਿਰ ਗ੍ਰਹਿਣ ਦਾ ਵੇਲਾ ਦੇਖ ਕੇ ਗੁਰੂ ਸਾਹਿਬ ਤੇ ਵਿਪਰਾਂ ਦੀ ਗੁਰੂ ਮਹਾਰਾਜ ਪ੍ਰੀਖਿਆ ਵਾਸਤੇ ਉਹਨਾਂ ਨੇ ਇੱਕ ਗਧਾ ਮੰਗਿਆ ਤੇ ਉਹਦੇ ਪਰ 1000 ਜੇਵਰ ਪਾ ਕੇ ਹੁਕਮ ਦਿੱਤਾ ਵੀ ਜੇ ਕੋਈ ਇਹ ਲਾਹ ਲਊਗਾ ਨਾ ਉਹਨੂੰ ਅਸੀਂ ਆਪਣਾ ਕੁਰਖੇਤਰੀ ਪੋਹਰ ਪੁਰੋਹਿਤ ਬਣਾਵਾਂਗੇ। ਇਸ ਗੱਲ ਦਾ ਸਾਰੇ ਮੇਲੇ 'ਚ ਰੌਲਾ ਪੈ ਗਿਆ। ਗੁਰੂ ਮਹਾਰਾਜ ਨੇ ਹੁਣ ਇਹਨਾਂ ਦੀ ਪ੍ਰੀਖਿਆ ਕਰਨੀ ਸੀ। ਗੁਰੂ ਸਾਹਿਬ ਨੇ ਸਾਰੇ ਲੋਕ ਆਖਣ ਲੱਗ ਪਏ, ਦੇਖੋ ਵੀ ਇਹਨਾਂ ਦੇ ਵੱਡੇ ਗੁਰੂ ਨਾਨਕ ਦੇਵ ਜੀ ਗ੍ਰਹਿਣਪੁਰ ਪਰ ਆਏ ਸੀ ਇੱਥੇ, ਉਹਨਾਂ ਐਨ ਗ੍ਰਹਿਣ ਲੱਗੇ ਵਿੱਚ ਮਾਸ ਚੁੱਕ ਰਹਿੰਦਿਆਂ ਸੀ ਤੇ ਇਹਨਾਂ ਨੇ ਨਵਾਂ ਕੰਮ ਕੀਤਾ, ਗਧਾ ਲਿਆ ਕੇ ਖੜਾ ਕਰਤਾ। ਹੁਣ ਜਦੋਂ ਗਧਾ ਕਿਸੇ ਨੇ ਹੋਰ ਨਾਂ ਲਿਆ, ਰਾਮਦੱਤ ਬ੍ਰਾਹਮਣ ਦੇ ਪੁੱਤਰ ਇਸ ਪੰਡਤ ਮਨੀ ਰਾਮ ਨੇ, ਜਿਹਦੇ ਘਰ ਗੁਰੂ ਕੇ ਮਹਿਲ ਉਤਰੇ ਹੋਏ ਸੀ, ਉਹ ਲੈਣਾ ਚਾਹਿਆ। ਗੁਰੂ ਸਾਹਿਬ ਜੀ ਨੇ ਉਹਦਾ ਸੱਚਾ ਹੱਠ ਵੇਖ ਕੇ ਇੱਕ ਕਟਾਰ ਤੇ ਹੁਕਮਨਾਮਾ ਸਨਦ ਲਿਖਤੀ। ਦੂਜੇ ਦਿਨ ਗੁਰੂ ਸਾਹਿਬ ਦੇ ਤੀਰ ਚਲਾਉਣ ਦੀ ਵਡਿਆਈ ਸੁਣ ਕੇ ਫਿਰ ਬਹੁਤ ਸਾਰੇ ਤੀਰ ਅੰਦਾਜ਼ ਰਾਜਪੂਤਾਂ ਨੂੰ ਲੈ ਕੇ ਜੋਗੀ ਚੰਦਨਾਥ, ਜੋ ਸਾਰੇ ਭਾਰਤ ਵਰਸ਼ ਦੇ ਵਿੱਚ ਮਹਾਬਲੀ ਬਹੁਤ ਉੱਘਾ ਤੀਰ ਅੰਦਾਜ਼ ਸੀ, ਗੁਰੂ ਸਾਹਿਬ ਕੋਲ ਆਇਆ। ਪਹਿਲਾਂ ਤਾਂ ਉਹ ਸਾਰੇ ਗੁਰੂ ਸਾਹਿਬ ਦੇ ਧਨੁਸ਼ ਤੀਰਾਂ ਦੇ ਵਜਨ ਨੂੰ ਦੇਖ ਕੇ ਹੈਰਾਨ ਹੋ ਗਏ, ਪਰ ਫਿਰ ਮਨ ਵਿੱਚ ਸਮਝੇ ਸ਼ਾਇਦ ਇਹ ਐਵੇਂ ਦਿਖਾਵੇ ਮਾਤਰ ਹੋਣਗੇ। ਗੁਰੂ ਸਾਹਿਬ ਨੂੰ ਕਿਹਾ, ਕਹਿੰਦੇ ਜੀ ਅਸੀਂ ਆਪਦੇ ਤੀਰ ਚੱਲਦੇ ਵੇਖਣ ਆਏ ਆ, ਉਹ ਕਿੱਥੋਂ ਕੁ ਤੱਕ ਮਾਰ ਕਰਦੇ ਆ, ਸਰਪਟ ਜਾਂਦੇ ਆ। ਇਹ ਸੁਣ ਕੇ ਪਹਿਲਾਂ ਤਾਂ ਸਤਿਗੁਰਾਂ ਨੇ ਟਾਲਵਾਲ ਜੀ ਕੀਤੀ, ਪਰ ਜਦੋਂ ਜਿੱਦ ਕਰਨ ਲੱਗੇ ਕਈ ਰਾਣੇ ਹੋਰ ਆ ਗਏ ਤਦ ਸਤਿਗੁਰਾਂ ਨੇ ਫਿਰ ਉਹਨਾਂ ਦਾ ਸੰਸਾ ਦੂਰ ਕਰਨ ਦੇ ਵਾਸਤੇ
ਵੱਡੀ ਕਮਾਨ ਦਾ ਚਿੱਲਾ ਚੜਾ ਕੇ 5 ਤੀਰ ਚਲਾਤੇ, 3 ਸਰਪਟ 2 ਨਿਸ਼ਾਨੇ ਚਲਾਏ। ਫਿਰ ਭਾਵੇਂ ਖਿੱਚ ਕੇ ਚੰਦਨਾਥ ਆਦਿ ਕਈਆਂ ਨੇ ਬਾਣ ਚਲਾਏ, ਪਰ ਗੁਰੂ ਸਾਹਿਬ ਦੇ ਤੀਰਾਂ ਦੇ ਬਰਾਬਰ ਕੋਈ ਤੀਰ ਨਹੀਂ ਗਿਆ। ਜਿਸ ਕਰਕੇ ਸਾਰੇ ਸ਼ਰਮਿੰਦੇ ਹੋਏ ਤੇ ਇਹ ਵਿਦਿਆ ਸਿੱਖਣ ਦੇ ਵਾਸਤੇ ਗੁਰੂ ਸਾਹਿਬ ਦੇ ਅੱਗੇ ਪ੍ਰਸ਼ਾਦ ਰੱਖ ਕੇ ਫਿਰ ਨਾਲ ਹੀ ਆਨੰਦਪੁਰ ਸਾਹਿਬ ਨੂੰ ਚੱਲਿਆ। ਕੁਰਸ਼ੇਤਰ ਗ੍ਰਹਿ ਦੇ ਉੱਤੇ ਜਿਹੜੇ ਸੁਦਾਗਰ ਘੋੜੇ ਲੈ ਕੇ ਆਏ, ਉਹਨਾਂ ਦੇ ਕਹਿਣ ਕਰਕੇ ਕਈ ਚੰਗੇ ਘੋੜੇ ਗੁਰੂ ਸਾਹਿਬ ਨੇ ਖਰੀਦੇ। ਥਨੇਸਰ ਤੋਂ ਚੱਲ ਕੇ ਪਰਿਵਾਰ ਸਮੇਤ ਗੁਰੂ ਸਾਹਿਬ ਜੀ ਜੋਤੀਸਰ ਨਾਮੇ ਤੀਰਥਪੁਰ, ਜਿੱਥੇ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਗੀਤਾ ਸੁਣਾਈ ਸੀ, ਉੱਥੇ ਉਤਰੇ। ਦੂਜੇ ਦਿਨ ਪਹੋਏ ਫੁੱਲ ਪਾਸ ਉੱਥੇ ਡੇਰਾ ਲਾਇਆ। ਪਾਂਡਿਆਂ ਨੂੰ ਸੋ ਨਿਰਾ ਦਾਨ ਲੈਣ ਦੀ ਤਰੱਦਦ ਵਿੱਚ ਸਨ, ਧਰਮ ਦਾ ਉਪਦੇਸ਼ ਦ੍ਰਿੜਾਇਆ ਤੇ 10ਵਾਂ ਹਿੱਸਾ ਜਿਹੜਾ ਹੈ ਉਹ ਦਸਵੰਧ ਦੇਣਾ ਤੇ ਨਾਮ ਜਪਣਾ ਇਹ ਪੱਕਾ ਕਰਾਇਆ। ਉੱਥੋਂ ਤੁਰ ਕੇ ਮਹਾਰਾਜ ਕਰੇ ਪਿੰਡ ਜਾ ਕੇ ਉਤਰੇ। ਉੱਥੋਂ ਅੱਗੇ ਘੁੜਾਮ ਪਾਸ ਸਿਆਣਾ ਪਿੰਡ, ਜਿੱਥੇ ਝੰਡੇ ਬਾਢੀ ਦੀ ਸੰਤਾਨ ਸੀ, ਉੱਥੇ ਜਾ ਕੇ ਰਹੇ। ਉਹਨਾਂ ਨੇ ਬਹੁਤ ਸੇਵਾ ਕੀਤੀ। ਸਿਆਣਾ ਪਿੰਡ ਦਾ ਨਾਂ, ਝੰਡਾ ਬਾਢੀ ਜਿਹੜਾ ਸੀ ਉਹਦੀ ਸੰਤਾਨ ਅੱਗੇ ਦੀ ਅੱਗੇ ਉਹ ਇੱਥੇ ਰਹਿੰਦੀ ਸੀ, ਜਿਨ੍ਹਾਂ ਦੇ ਵਿੱਚੋਂ ਹੁਣ ਰਾਮ ਸਿੰਘ ਇਤਿਆਦਿਕ 50 ਆਦਮੀ। ਇਹ ਬਾਢੀ ਨਾਮ ਤਰਖਾਣ ਦਾ, ਤਰਖਾਣਾ ਦੇ ਪਰਿਵਾਰ ਵਿੱਚੋਂ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖ ਬਣਿਆ ਸੀ ਝੰਡਾ। ਬਾਢੀ ਨਾਮ ਤਰਖਾਣ ਦਾ। ਦੇਖੋ ਫਿਰ ਉਹਦੀ ਪੀੜ੍ਹੀ 10ਵੇਂ ਪਾਤਸ਼ਾਹ ਤੱਕ ਪੀੜ੍ਹੀ ਦਰ ਪੀੜ੍ਹੀ ਉਹ ਅੱਗੇ ਦੇ ਅੱਗੇ ਜੁੜੇ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਭਾਈ ਹੁਣ ਵੀ ਬਹੁਤ ਮਸ਼ਹੂਰ ਕਾਰੀਗਰ ਨੇ। ਸਾਰਿਆਂ ਨੇ ਕਾਰ ਭੇਟਾ ਦੇ ਕੇ ਉਸ ਸਮੇਂ ਗੁਰੂ ਸਾਹਿਬ ਜੀ ਤੋਂ ਖੰਡੇ ਦਾ ਅੰਮ੍ਰਿਤ ਛਕਿਆ। ਉੱਥੋਂ ਚੱਲ ਕੇ ਆਵਲ ਖੇੜੀ ਗਏ ਤੇ ਇੱਕ ਬਿਰਧ ਮਾਈ ਜਿਹੜੀ ਕਈ ਸਾਲ ਤੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੀ ਚਿਤਵਨੀ ਕਰ ਰਹੀ ਸੀ, ਗੁਰੂ ਮਹਾਰਾਜ ਦੇ ਘੋੜੇ ਦੀ ਵਾਗ ਫੜ ਕੇ ਖੜ ਗਈ। ਬੇਨਤੀ ਕੀਤੀ ਜਲ ਪ੍ਰਸ਼ਾਦ ਛਕ ਕੇ ਜਾਇਓ। ਗੁਰੂ ਸਾਹਿਬ ਕਹਿਣਗੇ ਜੋ ਇਸ ਵੇਲੇ ਤਿਆਰ ਹੈ ਉਹ ਲੈ ਆ। ਉਹਦੇ ਘਰ ਦੁੱਧ ਬਹੁਤ ਸੀ, ਸਾਰਾ ਉਠਾ ਲਈ ਤੇ 1 ਤੋਲਾ ਘਿਓ ਦਾ ਤੇ 1 ਮਿੱਠੇ ਦਾ ਲਾਇਆ, ਉਹ ਲਿਆ ਰੱਖਿਆ। ਤਾਂ ਉਹਨੂੰ ਪਿੰਡ ਵਾਲੇ ਹੋਰ ਬਹੁਤ ਦੁੱਧ ਲੈ ਕੇ ਆ ਗਏ। ਘਿਓ ਮਿੱਠਾ ਦੁੱਧ ਬਾਟੇ ਭਰ ਉਸ ਮਾਈ ਨੇ ਗੁਰੂ ਸਾਹਿਬ ਜੀ ਦੇ ਸਮੇਤ ਸਾਰੀ ਸੰਗਤ ਨੂੰ ਛਕਾਇਆ। ਜੀ ਤੋਂ ਖੁਸ਼ ਹੋ ਕੇ ਸਤਿਗੁਰਾਂ ਨੇ ਉਹਨੂੰ ਕੇਵਲ ਮੋਕਸ਼ ਬਖਸ਼ੀ ਤੇ ਉਸ ਪਿੰਡ ਵਿੱਚ ਗੁਰੂ ਸਾਹਿਬ ਦੇ ਵਰਤ ਦੇ ਸਦਕਾ ਹੁਣ ਤੱਕ ਦੁੱਧ ਘਿਓ ਭਾਉ ਭਗਤੀ ਬਹੁਤ ਹੈ। ਉੱਥੋਂ ਅੱਗੇ ਫਿਰ ਆਨੰਦਪੁਰ ਕਲੌਰ ਆਦਿਕ ਅਨੇਕਾਂ ਪਿੰਡਾਂ ਵਿੱਚ ਦੀ ਉਤਰਦੇ ਹੋਏ ਇਹ ਜਿਹੜਾ ਆਨੰਦਪੁਰ ਪਿੰਡ ਹੈ, ਜਦੋਂ ਇੱਧਰਲੇ ਪਾਸੇ ਕਲੌੜ ਇਹ ਪਿੰਡ ਨੇ, ਇਹ ਚਮਕੌਰ ਸਾਹਿਬ ਗੁਰੂ ਪਾਤਸ਼ਾਹ ਮਹਾਰਾਜ ਜਦੋਂ ਇਸ ਦੇ ਕੋਲੇ ਉਤਰੇ ਤਾਂ ਇੱਥੇ ਸੈਦ ਵੇਗ ਤੇ ਅਲਫ ਖਾਂ 4-5 ਹਜ਼ਾਰ ਸਵਾਰ ਦੇ ਨਾਲ ਜਿਹੜੇ ਲਾਹੌਰ ਨੂੰ ਜਾਂਦੇ ਸੀ, ਤੇ ਰੋਪੜੀਏ ਪਠਾਣਾ ਪਹਾੜੀ ਰਾਜਿਆਂ ਨੇ 2000 ਰੁਪਇਆ ਰੋਜ਼ ਦਾ ਖਰਚ ਦੇਣਾ ਕਰਕੇ ਗੁਰੂ ਸਾਹਿਬ ਨਾਲ ਲੜਾਉਣ ਵਾਸਤੇ ਉਤਾਰ ਲਏ, ਤੁਸੀਂ ਜੰਗ ਕਰਿਓ। ਗੁਰੂ ਸਾਹਿਬ ਦੇ ਡੇਰੇ ਤੇ ਹੱਲਾ ਕਰਕੇ ਆ ਪਏ ਤੇ ਪਹਾੜੀਆਂ ਦੇ ਦਗੇ ਦੀ ਤੇ ਰੋਪੜੀਏ ਪਠਾਣਾ ਦੇ ਦਗੇ ਦੀ ਖਬਰ ਪਹਿਲਾਂ ਹੀ ਖਾਲਸੇ ਨੂੰ ਆਨੰਦਪੁਰ ਪੁੱਜ ਗਈ, ਜਿਸ ਕਰਕੇ ਉੱਥੋਂ ਵੀ 400 ਸਵਾਰ ਗੁਰੂ ਮਹਾਰਾਜ ਦੇ ਕੋਲ ਐਨ ਜੰਗ ਮੱਚੇ ਵਿੱਚ ਆ ਪਹੁੰਚਿਆ। 400 ਸਵਾਰ ਪਹਿਲਾਂ ਵੀ ਗੁਰੂ ਸਾਹਿਬ ਦੇ ਕੋਲੇ ਸੀ। ਦੋਹਾਂ ਪਾਸਿਆਂ ਤੋਂ ਤੀਰ ਗੋਲੀ ਦੀ ਵਰਖਾ ਹੋਣ ਲੱਗੀ। ਅਖੀਰ ਜਦੋਂ ਤਲਵਾਰਾਂ ਖਿੱਚ ਕੇ ਤੁਰਕਾਂ ਦੇ ਲਸ਼ਕਰ ਵਿੱਚ ਸ਼ੇਰਾਂ ਵਾਂਗੂ ਬੁੱਕਦੇ ਹੋਏ ਸਿੰਘਾਂ ਨੇ ਜਾ ਜਿਵੇਂ ਵੱਢਦੇ ਆ ਇਉਂ ਸਥਾਰ ਕਰਤੇ, ਧਰਤੀ ਲਾਲ ਹੋ ਗਈ। ਸੈਦ ਵੇਗ ਨੇ ਜਿਹੀ ਕੋਈ ਗੁਰੂ ਸਾਹਿਬ ਦੀ ਬਹਾਦਰੀ ਸ਼ਕਤੀ ਸੁਣੀ ਹੋਈ ਸੀ, ਉਦੋਂ ਵੱਧ ਕੇ ਵੇਖ ਕੇ ਲੜਾਈ ਬੰਦ ਕਰਤੀ ਤੇ ਆਪਣੇ 200 ਸਵਾਰਾਂ ਸਮੇਤ ਸਤਿਗੁਰਾਂ ਦੇ ਚਰਨ ਆ ਚੁੰਮੇ। ਅਨੇਕਾਂ ਸਿੱਖਾਂ ਨਾਲੋਂ ਵਧੇਰੇ ਸਿਦਕੀ ਬਣ ਕੇ ਫਿਰ ਤੁਰਕਾਂ ਨੂੰ ਮਾਰਨ ਲੱਗ ਪਿਆ। ਸਿੰਘਾਂ ਦਾ ਜ਼ੋਰ ਹੋਰ ਬਹੁਤਾ ਹੋ ਗਿਆ ਤੇ ਤੁਰਕਾਂ ਦੇ ਮੂੰਹ ਭੰਨ ਕੇ ਪਿਛਾਂਹ ਮੋੜ ਤੇ ਅਲਫ ਖਾਂ ਨੇ ਸੈਦ ਬੇਗ ਨੂੰ ਗੁਰੂ ਸਾਹਿਬ ਵੱਲ ਮਿਲ ਜਾਣ ਕਰਕੇ ਫਿਰ ਆਪਣੀ ਫੌਜ ਦਾ ਬਹੁਤਾ ਨੁਕਸਾਨ ਹੁੰਦਾ ਦੇਖ ਕੇ ਫੌਜ ਪਿੱਛੇ ਹਟਾ ਲਈ। ਇਸ ਤਰ੍ਹਾਂ ਉਹਨਾਂ ਦਾ ਪਿੱਛੇ ਹਟਣਾ ਤੇ ਸਿੰਘਾਂ ਦਾ ਹੱਥ ਪੈਰ ਉੱਠਣਾ ਬਹਿਲੋਲਪੁਰ ਤੱਕ 4 ਕੋ ਫਿਰ ਮਾਰਦੇ ਗਏ। ਅਲਫ ਖਾਂ ਤਾਂ ਜਿਹੜੀ ਫਿਰ ਬਚੀ ਖੋਚੀ ਟੁੱਟੀ ਭੱਜੀ ਸੈਨਾ ਸੀ ਉਹ ਲੈ ਕੇ ਸਤਲੁਜ ਤੋਂ ਪਾਰ ਹੋ ਕੇ ਕੰਨ ਝਾੜੇ ਲਾਹੌਰ ਦੇ ਰਾਹ ਪੈ ਗਿਆ, ਪਛਤਾਉਂਦਾ ਰਿਹਾ। ਤੇ ਸਤਿਗੁਰੂ ਜੀ ਫਤਿਹ ਦੇ ਨਗਾਰਿਆਂ ਨਾਲ ਆਨੰਦਪੁਰ ਆ ਬਰਾਜੇ।
ਯੋਧਿਆਂ ਨੂੰ ਇਨਾਮ ਦਿੱਤੇ, ਜ਼ਖਮੀਆਂ ਦੀ ਕਾਰ ਕਰਾਈ। ਚਮਕੌਰ ਦੇ ਜੰਗ ਦੀ ਫਤਿਹ ਸੁਣ ਕੇ ਦੇਸਾਂ ਦੇਸਾਂ ਤੋਂ ਸੰਗਤਾਂ ਆਉਣ, ਮਾਇਆ ਚੜਾਉਣ ਲੱਗੀਆਂ, ਜਿਸ ਕਰਕੇ ਹਰ ਵੇਲੇ ਗੁਰੂ ਸਾਹਿਬ ਦੇ ਕੋਲੇ ਰੌਣਕਾਂ ਬਣੀਆਂ ਰਹਿੰਦੀਆਂ। ਲੰਗਰ ਦੇ ਪ੍ਰਵਾਹ ਚੱਲਦੇ, ਸਤਸੰਗ ਹੁੰਦੀ, ਕਥਾ ਕੀਰਤਨ, ਸ਼ਬਦਾਂ ਦੀ ਘਨ ਘੋਰ ਲੱਗਦੀ, ਜਿਹਨੂੰ ਦੇਖ ਦੇਖ ਕੇ ਸੈਦ ਬੇਗ ਨੇ ਆਪਣਾ ਤਨ ਮਨ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੋਂ ਕੁਰਬਾਨ ਕਰਤਾ। ਇੱਕ ਦਿਨ ਸਤਿਗੁਰੂ ਦੇ ਸਾਹਮਣੇ ਦੀਵਾਨ ਵਿੱਚ ਇੱਕ ਬ੍ਰਾਹਮਣ ਨੇ ਅਤਿਅੰਤ ਦੁਖੀ ਹੋ ਕੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਦੀ ਦੁਹਾਈ ਦਿੱਤੀ। ਤੇ ਗੁਰੂ ਪਾਤਸ਼ਾਹ ਨੇ ਜਦੋਂ ਉਹਨੂੰ ਨੇੜੇ ਸੱਦ ਕੇ ਦੁਖੀ ਹੋਣ ਦਾ ਕਾਰਨ ਪੁੱਛਿਆ, ਕਹਿਣ ਲੱਗਿਆ, ਮਹਾਰਾਜ ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਦੇਵਦਾਸ ਨਾਮ ਸਾਰਸਵਤ ਬ੍ਰਾਹਮਣ। ਇਹ ਬ੍ਰਾਹਮਣਾਂ ਦੇ ਵੀ ਜਿਵੇਂ ਗੋਤਰ ਆ ਗਏ ਨਾ, ਇਹ ਦੇਵਦਾਸ ਨਾਮ ਸੀ, ਸਾਰਸਵਤ ਗੋਤਰ ਦਾ ਬ੍ਰਾਹਮਣ। ਤੇ ਆਪਣਾ ਮੁਕਲਾਵਾ ਲਈ ਆਉਂਦਾ, ਜਦੋਂ ਬਸੀ ਪਿੰਡ ਕੋਲੋਂ ਦੀ ਲੰਘਿਆ, ਬਸੀ ਪਠਾਣਾ ਵੀ ਕਹਿੰਦੇ ਜਿਹਨੂੰ, ਪਠਾਣਾ ਦੀ ਬਸੀ ਕਹਿੰਦੇ ਸੀ, ਤੇ ਉੱਥੋਂ ਦਾ ਸਰਦਾਰ ਜਾਬਰ ਖਾਂ ਪਠਾਨ ਬਦੋ ਬਦੀ ਮੇਰੀ ਇਸਤਰੀ ਦਾ ਡੋਲਾ ਸਾਤੋਂ ਖੋਹ ਕੇ ਆਪਣੇ ਘਰ ਲੈ ਗਿਆ ਤੇ ਮੈਨੂੰ ਮਾਰਿਆ। ਮੈਂ ਬਹੁਤ ਰੌਲਾ ਪਾਇਆ, ਰੋਇਆ, ਪਿੱਟਿਆ, ਪੈਂਚਾਂ ਤੇ ਕਾਜੀ ਕੋਲੇ ਫਰਿਆਦ ਵੀ ਕੀਤੀ, ਪਰ ਕਿਸੇ ਨੇ ਕੋਈ ਸੁਣੀ ਨਹੀਂ। ਹੋਰ ਵੀ ਕਈ ਹਾਕਮਾਂ ਪਹਾੜੀ ਰਾਜਿਆਂ ਕੋਲ ਪੁਕਾਰ ਕੀਤੀ, ਕੋਈ ਸਹਾਇਕ ਨਹੀਂ ਹੋਇਆ। ਹੁਣ ਹਿੰਦੂ ਧਰਮ ਦੇ ਰੱਖਿਅਕ ਪਰਉਪਕਾਰੀ ਆਪ ਜੀ ਨੂੰ ਸੁਣ ਕੇ ਤੁਹਾਡੀ ਸ਼ਰਨ ਆਇਆ, ਮੇਰੀ ਇਸਤਰੀ ਮੈਨੂੰ ਦਵਾਓ, ਨਹੀਂ ਤਾਂ ਮੈਂ ਤੁਹਾਡੇ ਬੂਹੇ ਅੱਗੇ ਮਰ ਜੂ, ਕਿਉਂਕਿ ਮੇਰੇ ਜਿਉਣ ਦਾ ਹੱਜ ਕੋਈ ਨਹੀਂ ਰਿਹਾ। ਇਹ ਹਾਲ ਤੇ ਬ੍ਰਾਹਮਣ ਦੀ ਦੀਨ ਪੁਕਾਰ ਸੁਣ ਕੇ ਧਰਮ ਧੁਰੰਦਰ ਸ੍ਰੀ ਕਲਗੀਧਰ ਪਾਤਸ਼ਾਹ, ਉਹਨਾਂ ਨੇ ਫਿਰ ਆਪਣੇ ਵੱਡੇ ਸੁਪੁੱਤਰ ਬਾਬਾ ਅਜੀਤ ਸਿੰਘ ਜੀ ਨੂੰ 200 ਸਵਾਰ ਦੇ ਕੇ ਉਸ ਬ੍ਰਾਹਮਣ ਨਾਲ ਤੋਰਿਆ। ਹੁਕਮ ਦਿੱਤਾ ਕਿ ਜਾਬਰ ਖਾਂ ਸਮੇਤ ਇਸ ਬ੍ਰਾਹਮਣ ਦੀ ਇਸਤਰੀ ਨੂੰ ਮੇਰੇ ਕੋਲ ਲੈ ਕੇ ਆਉਣਾ, ਜੇ ਕੋਈ ਮੁਕਾਬਲਾ ਕਰੇ ਸ਼ਮਸ਼ੇਰ ਚਲਾ ਦਿਓ। ਸਾਹਿਬਜ਼ਾਦੇ ਬਹਾਦਰ ਨੇ ਆਗਿਆ ਮੰਨ ਕੇ ਦਰਿਆ ਪਾਰ ਹੋ ਕੇ ਦਿਨ ਚੜ੍ਹਦੇ ਤੋਂ ਪਹਿਲਾਂ ਹੀ ਸੁੱਤੇ ਪਏ ਪਠਾਨ ਦੱਬਲੇ ਜਾ ਕੇ। ਬਹੁਤੇ ਤਾਂ ਡਰਦੇ ਭੱਜ ਗਏ, ਕਈ ਪਠਾਨਾਂ ਨੂੰ ਮਾਰ ਕੇ ਜ਼ਖਮੀ ਕਰ ਲੁੱਟ ਕੁੱਟ ਕੇ ਤੇ ਜਾਬਰ ਖਾਨ ਨੂੰ ਫੜ ਲਿਆ ਤੇ ਉਸਦੇ ਬ੍ਰਾਹਮਣ ਦੀ ਇਸਤਰੀ ਵੀ ਲਿਆਂਦੀ। ਸਾਰੇ ਲਿਆ ਆਨੰਦਪੁਰ ਸਾਹਿਬ ਆਏ। ਨਿਆਂਕਾਰੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਬ੍ਰਾਹਮਣ ਦੇਵਦਾਸ ਨੂੰ ਇਸਤਰੀ ਸੌਂਪੀ ਤੇ ਉਹਦੇ ਭਾਈਚਾਰੇ ਵਿੱਚ ਮਿਲਾਈ। ਜਾਬਰ ਖਾਨ ਨੂੰ ਫਿਰ ਥੋਥੇ ਤੀਰਾਂ ਦੀ ਮਾਰ ਨਾਲ ਮਰਵਾਇਆ ਮਹਾਰਾਜ ਨੇ। ਬ੍ਰਾਹਮਣ ਤਾਂ ਅਸੀਸਾਂ ਦਿੰਦਾ ਹੀ ਸੀ। ਸਾਰਾ ਦੇਸ਼ ਇਸ ਪਰਉਪਕਾਰ ਨੂੰ ਸੁਣ ਕੇ ਮਹਿਮਾ ਕਰਨ ਲੱਗ ਗਿਆ, ਕਿਉਂਕਿ ਜਿਹੜਾ ਜਾਬਰ ਖਾਨ ਸੀ ਉਹ ਪਾਪੀ ਬਹੁਤ ਸੀ। ਬਸੀ ਵਾਲੇ ਪਠਾਣਾਂ ਨੂੰ ਉਹਨਾਂ ਦੇ ਕਰਮ ਦਾ ਫਲ ਭੁਗਾ ਕੇ ਸਿੰਘਾਂ ਦੇ ਹੌਸਲੇ ਵੱਧ ਗਏ। ਤੇ ਫਿਰ ਇਸ ਤਰ੍ਹਾਂ ਜਿਹੜਾ ਬਹੁਤ ਸਿੰਘ, ਜਿਨ੍ਹਾਂ ਦੇ ਵਿੱਚ ਜਿਵੇਂ ਭਾਈ ਉਦੇ ਸਿੰਘ ਵਰਗੇ ਤੇ ਆਲਮ ਸਿੰਘ, ਭਾਈ ਦਇਆ ਸਿੰਘ, ਹੁਕਮ ਸਿੰਘ, ਮੋਕਮ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਈਸ਼ਰ ਸਿੰਘ, ਟੇਕ ਸਿੰਘ, ਦੇਵਾ ਸਿੰਘ, ਇਹ ਜਥੇਦਾਰ ਸੀ। ਹਮੇਸ਼ਾ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਕਹੀ ਕਰਨ ਜਾਣ। ਪਹਾੜੀਆਂ ਦੇ ਪਿੰਡਾਂ ਨੂੰ ਹਲਚਲ ਪੈ ਜਾ ਕਰੇ। ਜਿਸ ਦਿਨ ਤੋਂ ਚਮਕੌਰ ਦੇ ਥਾਂ ਪਰ ਪਹਾੜੀ ਰਾਜਿਆਂ ਨੇ ਤੁਰਕਾਂ ਨੂੰ ਖਰਚਾ ਦੇ ਕੇ ਗੁਰੂ ਸਾਹਿਬ ਨਾਲ ਲੜਾਇਆ ਸੀ, ਉਸ ਦਗੇ ਬਦਲੇ ਸਿੰਘਾਂ ਨੂੰ ਬੜਾ ਗੱਚ ਚੜਿਆ ਹੋਇਆ ਸੀ। ਇਸ ਕਰਕੇ ਦੂਰ ਦੂਰ ਤੱਕ ਫਿਰ ਉਹਨਾਂ ਦੇ ਰਾਜ ਵਿੱਚ ਸ਼ਿਕਾਰ ਖੇਡਣ ਚਲੇ ਜਾਂਦੇ। ਜਿਹੜੀ ਚੀਜ਼ ਦੀ ਲੋੜ ਹੁੰਦੀ ਚੁੱਕ ਲਿਆਉਂਦੇ। ਭਾਵੇਂ ਪਰਜਾ ਤਾਂ ਰਾਜਿਆਂ ਨੇ ਸਦਾ ਰੋਂਦੀ ਪਿੱਟਦੀ, ਪਰ ਸਿੱਖਾਂ ਨੂੰ ਡੂਮਣਾ ਮਖੀਰ ਜਾਣ ਕੇ ਛੇੜਦੇ ਨਹੀਂ ਸੀ। ਅਜਮੇਰ ਚੰਦ ਕਹਿਲੂਰੀਏ ਨੇ ਮੁਰਾਸਲੇ ਭੇਜ ਕੇ ਸਭ ਰਾਜੇ ਬੁਲਾ ਕੇ ਬਹੁਤ ਟਹਿਲ ਸੇਵਾ ਕੀਤੀ ਤੇ ਦਰਬਾਰ ਵਿੱਚ ਇਕੱਠੇ ਹੋ ਕੇ ਜੈ ਦੇਵਾ ਕਹਿ ਕੇ ਬਹਿ ਗਏ। ਘਮੰਡ ਚੰਦ ਕਟੋਚੀਆ, ਭੂਪ ਚੰਦ ਹੰਡੂਰੀਆ, ਵਜ਼ੀਰ ਸਿੰਘ ਫਤਿਹਪੁਰੀਆ, ਦੇਵ ਸ਼ਰਨ ਨਾਹਣੀਆ, ਮਦਨਪਾਲ, ਸ਼ਿਵ ਪ੍ਰਸਾਦ, ਵੀਰ ਭੱਦਰ ਸੈਨ ਇਤਿਆਦਿਕ ਸਾਰੇ ਮਿਲ ਕੇ ਸਲਾਹ ਕੀਤੀ। ਅੱਜ ਹਮਾ ਕੱਲ ਤੁਮਾਂ, ਕਿ ਅੱਜ ਕਹਿਲੂਰਪਤੀ ਨੂੰ ਤੰਗ ਕਰੇ, ਕੱਲ ਨੂੰ ਹੋਰ ਨੂੰ ਕਰਨਗੇ। ਸੋ ਇਸ ਵਿਆਧੀ ਦਾ ਇਲਾਜ ਪੱਕਾ ਨਹੀਂ ਹੁੰਦਾ, ਤਦ ਤੱਕ ਸਭ ਐਵੇਂ ਦਲੀਲਾਂ ਨੇ। ਬੈਰੀ ਦਾ ਦਿਲ ਜਿਹੜਾ ਹੈ ਸਾਡੇ ਸਿਰ ਦੇ ਦੂਜ ਦੇ ਚੰਦ ਵਾਂਗੂ ਉਹ ਜਿਹੜਾ ਦਲ ਹੈ ਦੁਸ਼ਮਣ ਦਾ ਵੱਧਦਾ ਜਾਂਦਾ। ਕਲਗੀਧਰ ਨੂੰ ਦੁਸ਼ਮਣ ਸਮਝਦੇ, ਇਸ ਕਰਕੇ ਲੜਨੋਂ ਮਰਨੋਂ ਟਾਲਾ ਵੀ ਨਹੀਂ ਕਰਦੇ ਹਨ। ਸੋ ਦੇਸ਼ ਲੁੱਟ ਕੇ ਬਰਾਨ ਕਰਤਾ। ਭਾਵੇਂ ਪਹਿਲਾਂ ਵੀ ਅਸਾਂ ਤੁਸਾਂ ਇਹਨਾਂ ਪ੍ਰੇਤਾਂ ਨੂੰ ਆਪਣੇ ਦੇਸ਼ ਚੋਂ ਕੱਢਣ ਲਈ ਕੋਈ ਕਸਰ ਨਹੀਂ ਛੱਡੀ।
ਬਾਦਸ਼ਾਹੀ ਫੌਜ ਵੀ ਚੜਾ ਲਿਆਂਦੀ ਪਰ ਬਣਿਆ ਕੁਝ ਨਹੀਂ। ਉਲਟਾ ਸ਼ਾਹੀ ਫੌਜ ਪਿੱਛੇ ਹਟ ਜਾਣ ਕਰਕੇ ਸਿੱਖਾਂ ਦਾ ਹੌਸਲਾ ਵਧਿਆ। ਸੋ ਹੁਣ ਫੇਰ ਇੱਕ ਵਾਰੀ ਸਾਰੇ ਇਕੱਠੇ ਹੋ ਕੇ ਕਿਸਮਤ ਅਜਮਾਈ ਕਰੀਏ। ਜੇਕਰ ਗੁਰੂ ਸਾਧਿਆ ਗਿਆ ਤਾਂ ਬਾਦਸ਼ਾਹੀ ਫੌਜ ਦੇ ਸਾਨ ਤੇ ਖਰਚ ਤੋਂ ਬਚ ਜਾਾਂਗੇ, ਨਹੀਂ ਤਾਂ ਫਿਰ ਬਾਦਸ਼ਾਹ ਦੇ ਕਦਮ ਚੱਲ ਕੇ ਫੜਾਂਗੇ। ਹੁਣ ਬਿਉਂਤਾਂ ਬਣਦੀਆਂ ਕਿਵੇਂ ਆਨੰਦਪੁਰ ਦੇ ਉੱਤੇ ਆਪਾਂ ਫੌਜਾਂ ਚੜਾਈਏ। ਤਾਂ ਆਓ ਹੁਣ ਟਾਈਮ ਹੋ ਗਿਆ ਸਮਾਪਤੀ ਦਾ। ਬਾਕੀ ਸਾਖੀਆਂ ਆਪਾਂ ਕੱਲ ਅੱਗੇ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ ਸਰਵਾਤਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੋ ਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।